सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। प्राइम टाइम दे विच अज गल आउण वाले कल दी खेती कानूनां नूं लैके केंद्र दे फैसले तो बाद हुण दिल्ली तो लैके पंजाब दी सियासत तक इस फैसले दा की असर हो सकदा है, उसदी खूब चर्चा हो रही है। सियासी पार्टियां, सियासत दे नाल जुड़े लोग, वोटर, तुसी, असीं सारे इस समय चर्चा तो जरूर कर रहे हैं कि हुण होएगा की। खैर नज़रां किसान जथेबंदियां दे उत्ते भी ने, क्योंकि चडूनी धड़ा पहला ही चोणां लड़न की इच्छा जता चुका है। संयुक्त किसान मोर्चे का साथ चडूनी धड़े नूं इस करके नहीं मिलिया क्योंकि संयुक्त किसान मोर्चे का तर्क रहा हुण तक कि खेती कानूनों का रेड़का हल होए, उस तो बाद गल करांगे। हुण हल होण जा रहा है, खेती कानून तो केंद्र रद्द करन जा रहा है, ताकि हुण साथ मिलेगा या मैं स्पष्ट शब्दों के विच कहां कि कोई सियासी पार्टी का रूप यह अंदोलन लएगा या ले सकता है, उस दे उत्ते भी गल करांगे। ते नाल चर्चा अज किसानां दे वल्लों उलीके गए प्रोग्राम दी भी, क्योंकि केंद्र ने तां कानून रद्द करन दा ऐलान कर दिता है, पर जथेबंदियां दे वल्लों संसद कूच दा ऐलान वापस नहीं लिया गया। जो भी प्रोग्राम सी, चाहे लखनऊ दे विच रैली दा होवे, 26 तरीक वाला प्रोग्राम होवे या 29 तरीक नूं ट्रैक्टर मार्च दा प्रोग्राम होवे। हुण सवाल यह भी है कि सरकार तां मन चुकी है, तां कि किसान अड़े होए ने जां इस दे मायने की कड्डे जाण। अज चर्चा इस दे उत्ते। ਤਿੰਨ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਅਖਾੜੇ ਦੀ ਤਸਵੀਰ ਹੁਣ ਪੂਰੀ ਤਰ੍ਹਾਂ ਬਦਲ ਸਕਦੀ ਹੈ। ਕਿਸਾਨੀ ਮੁੱਦਾ ਹੁਣ ਹੋਰ ਵੱਡਾ ਮੁੱਦਾ ਬਣ ਗਿਆ ਹੈ। ਅਜਿਹੇ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਕੀ ਕਿਸਾਨ ਹੁਣ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ। ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਇੱਕ ਉਮੀਦਵਾਰ ਦਾ ਐਲਾਨ ਕਰਕੇ ਪਹਿਲਾਂ ਹੀ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਸੰਯੁਕਤ ਮੋਰਚੇ ਨੇ ਚਡੂਨੀ ਦੇ ਇਸ ਫੈਸਲੇ ਤੋਂ ਕਿਨਾਰਾ ਕਰ ਲਿਆ ਸੀ, ਪਰ ਹੁਣ ਕਈ ਹੋਰ ਕਿਸਾਨ ਆਗੂ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਗੱਲ ਨੂੰ ਸਿਰੇ ਤੋਂ ਖਾਰਜ ਨਹੀਂ ਕਰ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੂੰ ਜਦੋਂ ਨਿਊਜ਼ 18 ਨੇ ਚੋਣ ਲੜਨ ਬਾਰੇ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਪੋਲੀਟੀਕਲ ਵਾਲੇ ਪਾਸੇ ਜਾ ਸਕਦੇ ਹੋ, ਪੋਲਿਟਿਕਸ ਵਾਲੇ ਪਾਸੇ ਜਾ ਸਕਦਾ ਹੈ ਮੋਰਚਾ। ਹਾਲੇ ਇਹਦੇ ਤੇ ਕੋਈ ਨਹੀਂ ਗੌਰ, ਕਿਉਂਕਿ ਲੋਕ ਆਉਣਗੇ ਇਕੱਠੇ ਹੋਣ। ਨਕਾਰਿਆ ਵੀ ਨਹੀਂ ਜਾ ਸਕਦਾ, ਨਕਾਰਿਆ ਵੀ ਨਹੀਂ ਜਾ ਸਕਦਾ, ਲੋਕਾਂ ਦੀ ਮਰਜ਼ੀ ਜਿਵੇਂ ਹੋ ਸਕਦੀ, ਪਰ ਲੋਕੀ ਹਾਲੇ ਜਦੋਂ ਆਉਣ ਪਹਿਲਾਂ ਸਾਨੂੰ ਖੁਸ਼ੀ ਮਨਾ ਲੈਣ ਦਿਓ। ਇਸ ਤੋਂ 4 ਦਿਨ ਪਹਿਲਾਂ ਨਿਊਜ਼ 18 ਦੇ ਖਾਸ ਪ੍ਰੋਗਰਾਮ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਮਨਜੀਤ ਸਿੰਘ ਰਾਏ ਨੇ ਇਸ਼ਾਰਾ ਕੀਤਾ ਸੀ ਕਿ ਕਿਸਾਨ ਚੋਣ ਲੜ ਸਕਦੇ ਨੇ ਅਤੇ ਦਾਅਵਾ ਕੀਤਾ ਸੀ ਕਿ ਜੇਕਰ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਸਿਆਸਤ ਦੀ ਤਸਵੀਰ ਬਦਲ ਦੇਣਗੇ। ਸੱਤਾ ਜਿਹੜੀ ਆ ਉਹ 5 ਸਾਲਾਂ ਤੇ ਬਦਲ ਦੇਾਂਗੇ। ਲੋਕ ਕਹਿਣਗੇ ਇਹ ਜੋ ਕਹਿੰਦੇ ਨੇ ਉਹ ਕਰਦੇ ਨੇ, ਇਹ ਆਪਣੇ ਸਿਧਾਂਤਾਂ ਦੇ ਪੱਕੇ ਨੇ, ਇਹ ਪਿੱਛੇ ਨਹੀਂ ਮੁੜੇ। ਪਹਿਲਾਂ ਕਾਨੂੰਨ ਰੱਦ ਕਰਵਾਏ ਆਏ ਤੇ ਕੱਲ ਨੂੰ ਜਦੋਂ ਮਰਜ਼ੀ ਮਤਲਬ ਤੁਸੀਂ ਫਿਊਚਰ ਦੇ ਵਿੱਚ ਪਲਾਨ ਕਰਨ ਦੀ ਸੋਚ ਰਹੇ ਹੋ। ਸਾਰਾ ਨਾਲ ਖੜੀ ਹੋ। ਜੇਕਰ ਚੋਣ ਮੈਦਾਨ ਦੇ ਵਿੱਚ ਕਿਸਾਨ ਆਗੂ ਖੁਦ ਉਤਰਦੇ ਨੇ ਤਾਂ ਇਸ ਦਾ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੋਵੇਗਾ? ਬੀਜੇਪੀ ਦੇ ਲਈ ਇਹ ਫਾਇਦੇ ਵਾਲਾ ਸੌਦਾ ਹੋਵੇਗਾ, ਕਿਉਂਕਿ ਪਾਰਟੀ ਨੂੰ ਕਿਸਾਨਾਂ ਤੋਂ ਵੋਟ ਮਿਲਣ ਦੀ ਉਮੀਦ ਘੱਟ ਹੈ। ਕਾਂਗਰਸ ਤੇ ਆਪ ਦੇ ਲਈ ਇਹ ਝਟਕਾ ਹੋ ਸਕਦਾ ਹੈ, ਜਿਹੜੇ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦੇ ਬਦਲੇ ਸਿਆਸੀ ਫਾਇਦੇ ਦੀ ਉਮੀਦ ਕਰ ਰਹੇ ਨੇ, ਜਾਂ ਫਿਰ ਅਕਾਲੀ ਦਲ ਜਿਸ ਦਾ ਕਿਸਾਨ ਕੋਰ ਵੋਟ ਬੈਂਕ ਮੰਨਿਆ ਜਾਂਦਾ ਹੈ, ਉਸ ਦੇ ਲਈ ਕਿਸਾਨਾਂ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਮੁਸ਼ਕਲ ਪੈਦਾ ਹੋ ਸਕਦੀ ਹੈ। ਫਿਲਹਾਲ ਕਿਸਾਨ ਜਥੇਬੰਦੀਆਂ ਦੇ ਕੁਝ ਆਗੂਆਂ ਦੇ ਵੱਲੋਂ ਚੋਣ ਲੜਨ ਦਾ ਇਸ਼ਾਰਾ ਕੀਤਾ ਗਿਆ ਹੈ, ਫੈਸਲਾ ਨਹੀਂ। ਸਿੰਘੂ ਬਾਰਡਰ ਤੋਂ ਨਪਿੰਦਰ ਬਰਾੜ, ਨਿਊਜ਼ 18। ਤਾਂ ਚਰਚਾ ਅੱਜ ਦੋਵੇਂ ਇਸ਼ੂ ਦੇ ਉੱਤੇ ਹੋਏਗੀ। ਇੱਕ ਪਾਸੇ ਕਿ ਹੁਣ ਸਿਆਸੀ ਬਦਲ ਕੋਈ ਪੰਜਾਬ ਨੂੰ ਮਿਲਣ ਜਾ ਰਿਹਾ ਹੈ ਕਿਸਾਨੀ ਦੇ ਤੌਰ ਦੇ ਉੱਤੇ, ਕਿਉਂਕਿ ਕਈ ਜਥੇਬੰਦੀਆਂ ਦਾ ਜ਼ਿਕਰ ਹੁੰਦਾ ਹੈ ਕਿ ਉਹਨਾਂ ਦੇ ਵੱਲੋਂ ਇਸ਼ਾਰਾ ਕੀਤਾ ਗਿਆ। ਗੁਰਨਾਮ ਸਿੰਘ ਚਡੂਨੀ ਦਾ ਧੜਾ ਤਾਂ ਖੁੱਲ੍ਹ ਕੇ ਕਹਿੰਦਾ ਕਿ ਤੁਸੀਂ ਇਲੈਕਸ਼ਨ ਲੜੋ ਪੰਜਾਬ ਦੇ ਵਿੱਚ, ਦਿਖਾ ਦਿਓ ਕਿਵੇਂ ਸਰਕਾਰ ਬਣਾਈ ਦੀ ਹੈ ਤੇ ਚਲਾਈ ਦੀ ਹੈ। ਤੇ ਨਾਲ ਦੂਜਾ ਜੋ ਇਸ ਸਮੇਂ ਮੁੱਦਾ ਇਹ ਵੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਦਾ ਭਰੋਸਾ ਮਿਲ ਗਿਆ ਤਾਂ ਫਿਰ ਉਸ ਤੋਂ ਬਾਅਦ ਕਿ ਜਥੇਬੰਦੀਆਂ ਨੂੰ ਆਪਣੇ ਪ੍ਰੋਗਰਾਮ ਮੁਲਤਵੀ ਨਹੀਂ ਕਰ ਦਿੱਤੇ ਜਾਣੇ ਚਾਹੀਦੇ ਸੀ, ਉਹਨਾਂ ਦੇ ਵੱਲੋਂ ਐਲਾਨ ਨਹੀਂ ਹੋਣਾ ਚਾਹੀਦਾ ਸੀ। ਖੈਰ ਹੁਣ ਤੱਕ ਨਹੀਂ ਹੋਇਆ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਅੱਜ ਸਾਡੇ ਨਾਲ ਜੁੜ ਰਹੇ ਨੇ, ਪ੍ਰਿੰਸ ਖੁੱਲਰ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੁੱਲਰ ਸਾਹਿਬ ਬਹੁਤ ਸਵਾਗਤ ਹੈ। ਸਾਡੇ ਨਾਲ ਅਨਿਲ ਸਰੀਨ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਸਵਾਗਤ ਹੈ। ਪ੍ਰਿੰਸ ਵੜੈਚ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਚਡੂਨੀ ਧੜੇ ਦੇ ਨਾਲ ਸੰਬੰਧ ਰੱਖਦੇ ਨੇ। ਵੜੈਚ ਸਾਹਿਬ ਬਹੁਤ ਸਵਾਗਤ ਹੈ। ਹਰਮੀਤ ਸਿੰਘ ਕਾਦੀਆਂ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨਗੇ, ਉਹਨਾਂ ਦਾ ਵੀ ਆਪਾਂ ਸਵਾਗਤ ਕਰਾਂਗੇ, ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਪਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਿੰਸ ਵੜੈਚ ਜੀ, ਹੁਣ ਸਾਥ ਮਿਲੇਗਾ। ਮੈਂ 2 ਦਿਨ ਪਹਿਲਾਂ ਦੀ ਇੱਕ ਵੀਡੀਓ ਕਲਿੱਪ ਦਿਖਾਈ ਹੈ, ਤੁਸੀਂ ਮੌਜੂਦ ਸੀ ਉਸ ਚਰਚਾ ਦੇ ਵਿੱਚ, ਤੇ ਉਸ ਚਰਚਾ ਦੇ ਵਿੱਚ ਜ਼ਿਕਰ ਇਹੀ ਹੋ ਰਿਹਾ ਸੀ ਕਿ ਅੰਦੋਲਨ ਦੇ ਉੱਤੇ ਫੋਕਸ ਕਰੋ, ਉਸ ਤੋਂ ਬਾਅਦ ਦੇਖਾਂਗੇ।
ਹੁਣ ਗੁਰਨਾਮ ਸਿੰਘ ਚੜੂਨੀ ਨੂੰ, ਤੁਹਾਡੇ ਧੜੇ ਨੂੰ ਸਾਥ ਮਿਲੇਗਾ? ਕੋਈ ਗੱਲ ਹੋਈ ਆ? ਦੱਸੋ ਅੱਜ ਪੰਜਾਬ ਦੇ ਲੋਕਾਂ ਨੂੰ, ਜਾਂ ਜਿਹੜੇ ਤੁਹਾਡੀ ਜਥੇਬੰਦੀ ਦੇ ਲੋਕ ਨੇ। ਪ੍ਰਿੰਸ ਵੜੈਚ ਜੀ, ਆਵਾਜ਼ ਆ ਰਹੀ ਹੈ ਮੇਰੀ? ਮੈਨੂੰ ਹੁਣ ਆਈ ਹੈ ਆਵਾਜ਼ ਤੁਹਾਡੀ, ਪਹਿਲਾਂ ਆਵਾਜ਼ ਨਹੀਂ ਸੀ ਆ ਰਹੀ। ਚਲੋ ਠੀਕ ਹੈ, ਮੈਂ ਦੁਬਾਰਾ ਰਿਪੀਟ ਕਰ ਰਿਹਾ ਸਰ। ਮੇਰਾ ਸਵਾਲ ਬਹੁਤ ਸਿੱਧਾ ਜਿਹਾ ਹੈ, ਹੁਣ ਸਾਥ ਮਿਲੇਗਾ ਤੁਹਾਨੂੰ? ਤੁਸੀਂ ਕਿਸ ਮਾਮਲੇ ਸਵਾਲ, ਮੈਨੂੰ ਬਿਲਕੁਲ ਵੀ ਪਹਿਲਾਂ ਆਵਾਜ਼ ਨਹੀਂ ਆਈ ਤੁਹਾਡੀ। ਚਲੋ ਮੈਂ ਇਹੀ ਜਾਣਨਾ ਚਾਹ ਰਿਹਾ, ਕਿਉਂਕਿ ਆਪਾਂ ਇਲੈਕਸ਼ਨ ਦਾ ਜ਼ਿਕਰ ਕਰ ਰਹੇ ਹਾਂ, ਮੁੱਦੇ ਬਹੁਤ ਸਾਰੇ ਨੇ ਸਰ। ਚੋਣਾਂ ਨੂੰ ਲੈ ਕੇ ਤੁਸੀਂ ਸ਼ੁਰੂ ਤੋਂ ਹੀ ਬਹੁਤ ਸਰਗਰਮ ਰਹੇ ਹੋ। ਗੁਰਨਾਮ ਸਿੰਘ ਚੜੂਨੀ ਬਹੁਤ ਸਪਸ਼ਟ ਸ਼ਬਦਾਂ 'ਚ ਕਹਿੰਦੇ ਆਏ ਨੇ ਕਿ ਇਲੈਕਸ਼ਨ ਲੜਨਾ ਚਾਹੀਦਾ, ਤਾਂ ਹੁਣ ਉਮੀਦ ਹੈ ਕਿ ਖੇਤੀ ਕਾਨੂੰਨਾਂ ਵਾਲਾ ਰੇੜਕਾ ਤਾਂ ਤਕਰੀਬਨ ਖਤਮ ਹੋ ਚੱਲਿਆ, ਤਾਂ ਹੁਣ ਸਾਥ ਮਿਲੇਗਾ? ਜੀ ਪੂਰੀ ਉਮੀਦ ਹੈ। ਕਿਸਾਨੀ ਦੇ ਪ੍ਰਤੀ ਲੋਕ ਲਾਮਬੰਦ ਹੋਏ ਨੇ, ਇੱਕ ਮੋਰਚੇ ਨਾਲ ਆ ਕੇ ਜੁੜੇ ਨੇ। ਕਿਸਾਨੀ ਦੇ ਮੁੱਦਿਆਂ ਨੂੰ ਲੋਕਾਂ ਨੇ ਸਮਝਣਾ ਸ਼ੁਰੂ ਕੀਤਾ ਹੈ। ਮੋਰਚਾ ਚਲੋ ਜਿੱਤ ਵੱਲ ਜਾ ਰਿਹਾ, 3 ਕਾਲੇ ਕਾਨੂੰਨ ਵਾਪਸ ਹੋ ਗਏ, ਪਰ ਕੀ ਇਹਨਾਂ ਤੋਂ ਪਹਿਲਾਂ ਕਿਸਾਨ ਦੇ ਹਾਲਾਤ ਬੜੇ ਚੰਗੇ ਸਨ? ਇੱਕ ਡੈਥ ਦਾ ਵਾਰੰਟ ਸੀ, ਇਹ ਵਾਪਸ ਵੀ ਹੋ ਗਏ ਤਾਂ ਅਸੀਂ ਡੈਥ ਹੋ ਗਏ ਟੱਟੇ ਆ। ਉਸ ਤੋਂ ਪਹਿਲਾਂ ਵੀ ਉਨੀ ਆਤਮ ਹੱਤਿਆ ਹੋ ਰਹੀਆਂ ਸੀ, ਹੁਣ ਵੀ ਹੋਣੀਆਂ, ਉਸ ਤੋਂ ਬਾਅਦ ਹੋਣਗੀਆਂ। ਹਾਲਾਤ ਕਿੱਥੇ ਬਦਲੇ? ਇਹਨਾਂ ਲਈ ਤਾਂ ਲੋਕਾਂ ਨੂੰ ਆਪਣੇ ਹੱਥ ਤੇ ਰਾਜ ਲਿਆਣਾ ਹੀ ਪਏਗਾ, ਤੇ ਲੋਕੀ ਬਖੂਬੀ ਇਸ ਗੱਲ ਨੂੰ ਸਮਝ ਰਹੇ ਨੇ। ਸਾਨੂੰ ਪੂਰਾ ਯਕੀਨ ਹੈ ਕਿ ਲੋਕੀ ਇੱਕ ਬਦਲਾਅ ਲੈ ਕੇ ਆਉਣਗੇ। ਹਰਮੀਤ ਸਿੰਘ ਕਾਦੀਆ ਵੀ ਸਾਡੇ ਨਾਲ ਜੁੜ ਚੁੱਕੇ ਨੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ, ਸੰਯੁਕਤ ਕਿਸਾਨ ਮੋਰਚੇ ਨੂੰ ਰਿਪਰੈਜ਼ੈਂਟ ਕਰਦੇ ਨੇ। ਕਾਦੀਆਂ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਆਵਾਜ਼ ਮੇਰੀ ਉਮੀਦ ਹੈ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਰਿਐਕਸ਼ਨ ਦੇ ਦਿਓ, ਕਿਉਂਕਿ ਤੁਹਾਡਾ ਇੱਕ ਬਿਆਨ ਨਿਊਜ਼ 18 ਦੇ ਜ਼ਰੀਏ ਲੋਕਾਂ ਤੱਕ ਪਹੁੰਚਿਆ ਹੈ। ਤੁਸੀਂ ਸਿੱਧਾ ਇਸ਼ਾਰਾ ਕਰ ਰਹੇ ਹੋ ਕਿ ਹਾਂ ਸੋਚਿਆ ਜਾ ਸਕਦਾ ਹੈ, ਸਿਆਸੀ ਬਦਲ ਸੋਚ ਰਹੇ ਹੋ ਹੁਣ? ਨਹੀਂ, ਹਾਲੇ ਕੋਈ ਸਿਆਸੀ ਬਦਲ ਨਹੀਂ ਸੋਚ ਰਹੇ। ਹਾਲੇ ਅਸੀਂ ਐਸਕੇਐਮ ਦੇ ਫੈਸਲੇ ਦਾ ਕੀਤਾ ਸੀ, ਵੀ ਉਹਦਾ ਜਵਾਬ ਇਹ ਦਿੱਤਾ ਸੀ ਵੀ ਐਸਕੇਐਮ ਨੇ ਜੇ ਫੈਸਲਾ ਲੈਣਾ, ਵੀ ਜੋ ਐਸਕੇਐਮ ਫੈਸਲਾ ਲਊਗਾ ਉਹਦੇ ਨਾਲ ਸਾਡੇ ਜਥੇਬੰਦੀ ਖੜੀ ਹੈ। ਨਹੀਂ, ਫਿਰ ਐਸਕੇਐਮ ਫੈਸਲਾ ਲੈ ਸਕਦਾ ਹੈ, ਕਿਉਂਕਿ ਤੁਹਾਡਾ ਇਸ਼ਾਰਾ ਸੀ ਉਸ ਵਾਲੇ ਪਾਸੇ ਕਿ ਸੋਚਿਆ ਜਾ ਸਕਦਾ ਹੈ ਜਾਂ ਸੋਚਣਾ ਚਾਹੀਦਾ। ਐਸਕੇਐਮ ਹਾਲੇ ਕੱਲ ਮੀਟਿੰਗ ਹੋਣੀ ਹੈ, 32 ਜਥੇਬੰਦੀ ਦੀ ਅੱਜ ਮੀਟਿੰਗ ਹੋਈ ਆ। ਉਹਨਾਂ ਦਾ ਇਹ ਫੈਸਲਾ ਵੀ ਪਹਿਲਾਂ ਜਿਹੜਾ ਐਲਾਨ ਆਪਣੇ ਪ੍ਰਧਾਨ ਮੰਤਰੀ ਨੇ ਕੀਤਾ 3 ਕਾਨੂੰਨ ਦਾ, ਫਿਰ ਐਮਐਸਪੀ ਦੇ ਉੱਤੇ ਕੀ ਕਰਦੇ ਨੇ, ਤੇ ਬਾਕੀ ਜਿਹੜੇ 750 ਸ਼ਹੀਦ ਹੋਏ ਆ ਉਹਨਾਂ ਦੇ ਕਿੱਦਾਂ ਦਾ ਰੁਪਈਆ। ਹਾਲੇ ਧਿਆਨ ਉਧਰ ਆ। ਜਿਹੜਾ ਅੰਦੋਲਨ ਪੂਰੇ ਜਿੱਤ ਦੀ ਬਰੂਹਾਂ ਤੇ ਹੈਗੇ ਆ। ਮੈਂ ਮੰਨਦਾ ਤੁਹਾਡੀ ਗੱਲ ਵੀ ਆਪਾਂ ਕਾਫੀ 60-70% ਜਿੱਤ ਪ੍ਰਾਪਤ ਕਰ ਲਈ ਆ, ਪਰ ਇਹਨਾਂ ਨੂੰ ਪ੍ਰੋਪਰ ਵੇ ਨਾਲ ਅੱਗੇ ਲੈ ਕੇ ਜਾਣਾ, ਇੱਕ ਇਹਨੂੰ ਕੰਪਲੀਸ਼ਨ ਕਰਨੀ, ਉਹ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ। ਨਹੀਂ, ਪਰ ਦੇਖੋ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ। ਤੁਸੀਂ ਬੇਸ਼ੱਕ ਕਹਿ ਰਹੇ ਹੋ ਕਿ 60-70% ਆ ਗਿਆ, ਤੁਸੀਂ ਵੀ ਸਮਝਦੇ ਹੋ, ਲੋਕ ਵੀ ਇਸ ਸਮੇਂ ਸਮਝ ਰਹੇ ਨੇ ਕਿ ਖੇਤੀ ਵਾਲਾ ਰੇੜਕਾ ਤਾਂ ਤਕਰੀਬਨ ਖਤਮ ਹੋ ਚੱਲਿਆ। ਪ੍ਰਧਾਨ ਮੰਤਰੀ ਦਾ ਭਰੋਸਾ ਬਹੁਤ ਵੱਡਾ ਹੁੰਦਾ ਹੈ, ਤੇ ਲਗਾਤਾਰ ਐਸਕੇਐਮ ਇਹ ਜ਼ਿਕਰ ਕਰਦਾ ਰਿਹਾ ਹੈ ਕਿ ਪਹਿਲਾਂ ਫੋਕਸ ਖੇਤੀ ਕਾਨੂੰਨਾਂ ਵਾਲੇ ਪਾਸੇ, ਇਸ ਇਸ਼ੂ ਦੇ ਪਾਸੇ, ਤੇ ਗੁਰਨਾਮ ਸਿੰਘ ਚੜੂਨੀ ਜੀ ਰਹੇ ਨੇ ਕਿ ਕਹਿੰਦੇ ਰਹੇ ਨੇ ਇਲੈਕਸ਼ਨ ਵਾਲੇ ਪਾਸੇ ਜਾਈਏ। ਇਸ ਕਰਕੇ ਲੋਕ ਜਾਣਨਾ ਚਾਹੁੰਦੇ ਨੇ ਕਿ ਕੋਈ ਅੰਦਰ ਖਾਤੇ ਗੱਲ ਚੱਲ ਰਹੀ ਹੈ, ਜਾਂ ਹਰਮੀਤ ਸਿੰਘ ਕਾਦੀਆਂ ਕੀ ਸੋਚਦੇ ਨੇ। ਮੈਂ ਤਾਂ ਸਿੱਧਾ ਪੁੱਛਦਾ ਤੁਹਾਨੂੰ ਕਿ ਇਲੈਕਸ਼ਨ ਵਾਲੇ ਪਾਸੇ, ਸਿਆਸਤ ਵਾਲੇ ਪਾਸੇ ਜਾਣ ਚਾਹੀਦਾ ਹੈ? ਦੇਖੋ, ਜਿਹੜੀ ਡੈਮੋਕ੍ਰੇਸੀ ਆ, ਵੋਟ ਤਾਂ ਅਸੀਂ ਪਾਉਣੀ ਆ। ਲੋਕਾਂ 'ਚ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਡੈਮੋਕ੍ਰੇਸੀ ਨੂੰ ਮੰਨਦੇ ਆ, ਨੈਸ਼ਨਲਿਸਟ ਹੈਗੇ ਆ, ਤੇ ਇਹਦੇ ਵਿੱਚ ਅਸੀਂ ਕਿਸੇ ਨਾਲ ਵੋਟ ਕਰਦੇ ਰਹੇ ਆ ਜਥੇਬੰਦੀ ਤੌਰ ਤੇ, ਜਾਂ ਜਿੱਧਰ ਆਪਣਾ ਕੋਈ ਖਿਆਲ ਦਿਖਾਉਂਦੇ ਰਹੇ ਆ। ਪਰ ਇੱਕ ਯੂਨਿਟ ਬਣਿਆ ਹੋਇਆ ਹੁਣ ਐਸਕੇਐਮ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਏਕਤਾ ਨਾਲ ਅਸੀਂ ਏਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਅਸੀਂ ਨਹੀਂ ਚਾਹੁੰਦੇ ਵੀ ਏਕਤਾ ਭੰਗ ਹੋਵੇ। ਜੋ ਵੀ ਸਾਰੇ ਫੈਸਲਾ ਲੈਣਗੇ, ਇੱਕ ਸਾਂਝਾ ਫੈਸਲਾ ਜਿਹੜਾ ਲਿੱਤਾ ਜਾਊਗਾ, ਉਹਦੇ ਤੇ ਇੱਕ ਇੰਪੋਰਟੈਂਸ ਹੋਊਗੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸਾਂਝਾ ਫੈਸਲਾ ਹੋਊਗਾ ਤੁਹਾਡੇ ਸਾਹਮਣੇ ਰੱਖਿਆ ਜਾਊਗਾ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਬਾਕੀ ਮਹਿਮਾਨਾਂ ਦਾ ਇੱਕ ਵਾਰ ਰੁਕ ਕਰ ਲਵਾਂ। ਸਰੀਨ ਸਾਹਿਬ, ਤੁਹਾਡਾ ਇੱਕ ਕਮੈਂਟ ਇਸ ਦੇ ਉੱਤੇ। ਸੰਯੁਕਤ ਕਿਸਾਨ ਮੋਰਚਾ ਜੇਕਰ ਇਲੈਕਸ਼ਨ ਵਾਲੇ ਪਾਸੇ ਨੂੰ ਸੋਚਦਾ ਹੈ ਜਾਂ ਵੱਧਦਾ ਹੈ, ਤਾਂ ਫਿਰ ਬੀਜੇਪੀ ਦੇ ਲਈ ਕੀ ਬਦਲ? ਗੌਰਵ ਜੀ, ਇਹ ਲੋਕਤੰਤਰ ਹੈ ਔਰ ਡੈਮੋਕ੍ਰੇਸੀ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਚੁਣਾਵ ਲੜਨ ਦੀ ਆਜ਼ਾਦੀ ਹੈ, ਔਰ ਜੇ ਐਸਕੇਐਮ ਦੇ ਨੇਤਾ ਚੁਣਾਵ ਲੜਨਾ ਚਾਹਣਗੇ ਤਾਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਬਿਲਕੁਲ, ਇਹ ਉਹਨਾਂ ਦੀ ਆਪਣੀ ਇੱਛਾ ਹੈਗੀ ਹੈ, ਔਰ ਇਹ ਨਿਰਣਾ ਉਹਨਾਂ ਨੇ ਕਰਨਾ ਹੈ। ਔਰ ਅਸੀਂ ਤੇ ਚਾਹਾਂਗੇ ਕਿ ਅਸੀਂ ਤੇ ਪਹਿਲੇ ਦਿਨ ਤੋਂ ਕਹਿ ਰਹੇ ਸੀਗੇ ਕਿ ਇਹ ਪੂਰਨਤः ਰਾਜਨੀਤਿਕ ਅੰਦੋਲਨ ਹੈਗਾ। ਬੇਸ਼ੱਕ ਦੀ ਸੰਯੁਕਤ ਕਿਸਾਨ ਮੋਰਚੇ ਦੇ ਪੈਨਰ ਥੱਲੇ ਲੜਿਆ ਜਾ ਰਿਹਾ ਸੀਗਾ, ਇਹ 'ਚ ਪੋਲੀਟੀਕਲ ਕਾਰਜਕਰਤਾ ਸਾਰੇ ਸ਼ਾਮਲ ਹੋਏ ਸੀਗੇ। ਸਾਡੇ ਪਹਿਲੇ ਦਿਨ ਤੋਂ ਇਹ ਕਹਿਣਾ ਕਿ ਪੋਲੀਟੀਕਲੀ ਮੋਟੀਵੇਟਡ ਹੈਗਾ, ਔਰ ਅਸੀਂ ਉਸ ਗੱਲ ਤੇ ਖੜੇ ਅੱਜ ਵੀ ਖੜੇ ਹਾਂ। ਔਰ ਜੇ ਚੁਣਾਵ ਲੜਦੇ ਆ ਤੇ ਇਹਨਾਂ ਦੀ ਇੱਛਾ ਹੈਗੀ ਆ, ਇਹਨਾਂ ਨੂੰ ਪਤਾ ਲੱਗ ਜੂਗਾ ਕੀ ਹੈਗਾ। ਸਾਨੂੰ ਇਹ ਆਪਣਾ ਨਿਰਣਾ ਜੀ ਲੜਨ ਫੈਸਲਾ ਤਾਂ ਆਬਵੀਅਸ ਹੈ ਸਰ, ਹਰ ਕਿਸ ਦਾ ਇੰਡੀਵਿਜੂਅਲ ਫੈਸਲਾ ਹੁੰਦਾ ਹੈ, ਜਥੇਬੰਦੀ ਦਾ ਫੈਸਲਾ ਹੁੰਦਾ ਹੈ।
ਸੋ ਭਾਰਤੀ ਜਨਤਾ ਪਾਰਟੀ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਕਿ ਇਹ ਲੜਨ ਜਾਂ ਨਾ ਲੜਨ, ਇਹ ਇਹਨਾਂ ਦਾ ਆਪਣੀ ਇੱਛਾ ਹੈਗੀ ਹੈ। ਜਿਹਨਾਂ ਇੱਛਾ ਹੈਗੀ ਹੈ ਲੜਨ, ਜ਼ਰੂਰ ਲੜਨ, ਇਹਨਾਂ ਨੂੰ ਪਤਾ ਲੱਗ ਜੂਗਾ ਰਾਜਨੀਤੀ 'ਚ ਕੀ ਭਾਅ ਵਿਕਦੀ ਹੈ। ਕਾਦੀਆਂ ਸਾਹਿਬ ਜਵਾਬ ਦੇਣਾ ਚਾਹੋਗੇ? ਇਹ ਤਾਂ ਇੱਕ ਤਰੀਕੇ ਨਾਲ ਚੈਲੰਜ ਵੀ ਹੈ ਕਿ ਆਓ ਤੁਹਾਨੂੰ ਪਤਾ ਲੱਗੇ ਕਿ ਸਿਆਸਤ ਹੁੰਦੀ ਕਿਵੇਂ ਹੈ। ਮੈਂ ਚੈਲੰਜ ਨਹੀਂ ਕੀਤਾ, ਮੈਂ ਕੋਈ ਚੈਲੰਜ ਨਹੀਂ ਕੀਤਾ, ਮੈਂ ਇੱਕ ਗੱਲ ਕਹੀ ਹੈ ਕਿ ਚੁਣਾਵ ਲੜਨਾ ਵੀ ਇੱਕ ਹੈਗਾ। ਠੀਕ ਹੈ, ਤੁਸੀਂ ਚੈਲੰਜ ਵਰਡ ਯੂਜ਼ ਨਹੀਂ ਨਾ ਕੀਤਾ। ਨਹੀਂ ਸਰੀਨ ਸਾਹਿਬ, ਮੇਰਾ ਵੀ ਕੰਮ ਹੈ ਇੱਥੇ ਕੋਈ ਬੈਠਾ, ਮੈਂ ਕੋਈ ਨਾ ਕੋਈ ਗੱਲ ਤਾਂ ਤੁਹਾਡੀ ਵੀ ਲੋਕਾਂ ਤੱਕ ਪਹੁੰਚਾ ਸਕਾਂ ਕਿ ਤੁਹਾਡੇ ਦਿਲ ਦੀ ਗੱਲ ਕੀ ਹੈ, ਬੇਸ਼ੱਕ ਸ਼ਬਦਾਂ ਦੇ ਵਿੱਚ ਨਾ ਆਵੇ। ਨਹੀਂ, ਮੈਂ ਤੇ ਇਹ ਕਿਹਾ ਹੈਗਾ ਕਿ ਜਿਹੜਾ ਵੀ ਚੁਣਾਵ ਲੜਦਾ ਪਤਾ ਲੱਗਦਾ ਕਿ ਚੁਣਾਵ ਲੜਨ ਦਾ ਕੀ ਭਾਅ ਹੁੰਦਾ ਜੀ। ਕਾਦੀਆਂ ਸਾਹਿਬ ਪਤਾ ਲੱਗ ਜੂਗਾ। ਚਲੋ ਮੈਂ ਚੈਲੰਜ ਵਰਡ ਨਹੀਂ ਯੂਜ਼ ਕਰਦੇ, ਚੁਣੌਤੀ ਵਰਡ ਯੂਜ਼ ਨਹੀਂ ਕਰਦੇ, ਪਰ ਕਿਤੇ ਨਾ ਕਿਤੇ ਬੀਜੇਪੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਆਸਤ ਬੜੀ ਔਖੀ ਹੈ। ਦੇਖੋ, ਸਿਆਸਤ ਔਖੀ ਹੈ ਜਾਂ ਸੌਖੀ ਆ, ਡੈਮੋਕ੍ਰੇਸੀ ਲੋਕਾਂ ਵਾਸਤੇ ਬਣੀ ਆ, ਲੋਕ ਰਾਜ ਬਣਿਆ, ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਲੈ ਕੇ ਜਾਣਾ, ਉਹਦਾ ਇੱਕ ਰਾਜ ਬਣਿਆ ਹੋਇਆ। ਤੇ ਬੀਜੇਪੀ ਆ ਜੇ ਜਾਂ ਕੋਈ ਹੋਰ ਸਰਕਾਰ ਆ ਜੇ, ਇਹ ਤਾਂ ਕਹਿੰਦੇ ਸੀ ਇਹ ਕਾਨੂੰਨ ਨਹੀਂ ਵਾਪਸ ਹੋਣੇ, ਤੇ ਇਹਨਾਂ ਦੇ ਪ੍ਰਧਾਨ ਮੰਤਰੀ ਨੇ ਹੀ ਆ ਕੇ ਐਲਾਨ ਕੀਤਾ ਵੀ ਤਿੰਨੇ ਕਾਨੂੰਨ ਰਿਪੀਲ। ਤੇ ਜਿਹੜੀ ਇਹ ਗੱਲਾਂ ਜਿਹੜੀਆਂ ਲੋਕਤੰਤਰ ਹੁੰਦਾ, ਆਪਾਂ ਲੋਕਤੰਤਰ ਨੂੰ ਰਿਸਪੈਕਟ ਕਰਦੇ ਆ। ਜੇ ਅੱਜ ਪ੍ਰਧਾਨ ਮੰਤਰੀ ਜੀ ਨੇ ਗੱਲ ਕਹੇ ਆ ਤੇ ਆਪਾਂ ਉਹ ਵਰਡਸ ਮੰਨਦੇ ਆ ਵੀ ਪ੍ਰਧਾਨ ਮੰਤਰੀ ਜੀ ਸਾਡੇ ਇੱਕ ਬੀਜੇਪੀ ਦੇ ਨਹੀਂ ਹੁੰਦੇ, ਜਦੋਂ ਪ੍ਰਧਾਨ ਮੰਤਰੀ ਬਣ ਜਾਂਦੇ ਉਹ ਸਾਰਿਆਂ ਦੇ ਹੁੰਦੇ ਨੇ। ਤੇ ਅਸੀਂ ਵੀ ਆਪਣੀ ਮੰਗ ਉਹਨਾਂ ਸਾਹਮਣੇ ਲੈ ਕੇ ਗਏ ਸੀ ਵੀ ਇਹ ਤੁਸੀਂ ਤਿੰਨ ਕਾਨੂੰਨ ਬਣਾਏ ਨੇ ਵੀ ਇਹ ਗਲਤ ਨੇ, ਇਹਨਾਂ ਨੂੰ ਠੀਕ ਕਰੋ, ਤੇ ਅੱਜ ਉਹ ਰਿਪੀਲ ਹੋ ਗਏ ਨੇ। ਅੱਜ ਜੇ ਇਹ ਚੈਲੰਜਿੰਗ ਜੌਬ ਕਹਿਣ ਜਾਂ ਹੋਰ ਕਹਿਣ, ਜੇ ਸਾਡਾ ਸਫੇਅਰ ਹੀ ਨਹੀਂ, ਪੋਲੀਟੀਕਲ ਸਫੇਅਰ ਨਹੀਂ, ਅੱਜ ਵੀ ਸਾਨੂੰ ਕਹੀ ਜਾਂਦੇ ਆ ਵੀ ਇਹ ਪੋਲੀਟੀਕਲੀ ਮੋਟੀਵੇਟਡ ਸੀ। ਅਸੀਂ ਪੋਲਿਟਿਕਸ ਨੂੰ, ਪੋਲੀਟੀਸ਼ੀਅਨਸ ਨੂੰ ਇੱਕ ਸਾਈਡ ਤੇ ਰੱਖ ਕੇ ਆਪਣੇ ਭਾਈਆਂ, ਸਗੇ ਭਾਈਆਂ ਨੂੰ ਅਲੱਗ ਕਰਕੇ ਵੀ ਤੁਸੀਂ ਸਾਡੀ ਸਟੇਜ ਤੇ ਨਹੀਂ ਆਉਣਾ, ਅਸੀਂ ਲੜਾਈ ਲੜਨੀ ਆ, ਨਾਨ ਪੋਲੀਟੀਕਲ ਲੜਨੀ ਆ, ਜਥੇਬੰਦੀਆਂ ਲੜਨੀ ਆ, ਉਹ ਲੜਾਈ ਇੱਕ ਸਾਬਤ ਕਰਕੇ ਇੱਕ ਸਾਰ ਪੂਰਾ ਹੋਣ ਵਾਲਾ 26 ਨੂੰ। ਤਾਂ ਵੀ ਸ਼ਰੀਨ ਜੀ ਸਮਝਦੇ ਆ ਵੀ ਇਹ ਪੋਲੀਟੀਕਲ ਮੋਟੀਵੇਟਡ ਸੀ, ਇਹ ਕਿਸਾਨਾਂ ਦੀ ਲੜਾਈ ਸੀ, ਨਰੋਲ ਕਿਸਾਨ ਜਿੱਤੇ ਨੇ, ਡੈਮੋਕ੍ਰੈਟਿਕਲੀ ਜਿੱਤੇ ਨੇ, ਆਪਣੀ ਸ਼ਾਂਤਮਈ ਅੰਦੋਲਨ ਨੂੰ ਵਰਲਡ ਵਾਈਡ ਦਿਖਾ ਕੇ ਇਹ ਜਿੱਤੇ ਨੇ। ਇਸ ਕਰਕੇ ਇਹਨੂੰ ਕਹਿਣਾ ਵੀ ਇਹ ਚੈਲੰਜ ਕਰਨਾ ਵੀ ਪੋਲਿਟਿਕਸ ਆਓ ਜਾਂ ਨਾ ਆਓ, ਕੋਈ ਵੀ ਅੰਦੋਲਨ ਹੁੰਦਾ। ਕਦੇ ਮੈਂ ਚੈਲੰਜ ਨਹੀਂ ਕੀਤਾ, ਮੈਂ ਚੈਲੰਜ ਨਹੀਂ ਕੀਤਾ ਕਦੇ। ਤੁਹਾਡੇ ਪਾਰਟੀ ਦੇ ਪਰ ਪ੍ਰਧਾਨ ਮੰਤਰੀ ਸਾਰਿਆਂ ਦੇ ਸਾਂਝੇ ਹੁੰਦੇ ਨੇ। ਚਲੋ ਪ੍ਰਿੰਸ ਵੜੈਚ ਜੀ ਕੁਝ ਕਹਿਣਾ ਚਾਹ ਰਹੇ ਨੇ। ਪ੍ਰਿੰਸ ਕੋਲਰ ਜੀ, ਮੈਂ ਤੁਹਾਡੇ ਕੋਲ ਆਉਣਾ ਇੱਕ ਵਾਰੀ। ਵੜੈਚ ਜੀ ਕੁਝ ਕਹਿਣਾ ਚਾਹ ਰਹੇ ਨੇ। ਪ੍ਰਿੰਸ ਵੜੈਚ ਜੀ। ਸਰੀਨ ਜੀ ਤੇ ਭਾਜਪਾ ਦੇ ਬਾਕੀ ਆਗੂ ਤਾਂ ਇਹ ਵੀ ਚੈਲੰਜ ਕਰਦੇ ਸੀ ਕਿ ਕਾਨੂੰਨ ਕਦੀ ਵਾਪਿਸ ਹੋ ਹੀ ਨਹੀਂ ਸਕਦੇ, ਸੜਕਾਂ ਤੇ ਭੀੜ ਇਕੱਠੀ ਕਰਨ ਨਾਲ ਕਦੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਵੀ ਹੋਏ। ਦੂਸਰਾ ਇਹਨਾਂ ਨੇ ਗੱਲ ਕਿਹਾ ਜੀ ਰਾਜਨੀਤੀ ਕੀ ਭਾਅ ਵਿਕਦੀ ਆ, ਉਹਨਾਂ ਨੂੰ ਪਤਾ ਲੱਗ ਤੇ ਗਿਆ ਜਦੋਂ ਯੂਪੀ ਚ ਇਹਨਾਂ ਦੀਆਂ ਚੋਣ ਰੈਲੀਆਂ ਦੀ ਮੋਦੀ ਜੀ ਨੇ ਜਾਣਾ ਸ਼ੁਰੂ ਕੀਤਾ ਤਾਂ ਕੁਰਸੀਆਂ ਖਾਲੀ ਰਹਿ ਗਈਆਂ। ਪੰਜਾਬ ਚ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਕੋਈ ਚੁਣਾਵੀ ਬੱਤਾ ਫੜਨ ਵਾਲਾ ਵੀ ਬੰਦਾ ਨਹੀਂ ਮਿਲਣਾ, ਇੱਕਦਮ ਹਰੇ ਬਧਾਰ ਚੁਕਾਣੇ ਵਾਪਿਸ ਲਏ। तो किसानों ने भी मुसलमान की सिखाने की लोड़ नहीं कि राजनीति किस भाव विकदी है, किसान ही राज ਤੁਹਾਡੇ ਹੱਥ ਸੌਂਪਦੇ ਆਏ ਨੇ ਤੇ ਕਿਸਾਨ ਹੁਣ ਆਪਣੇ ਹੱਥ ਕੋਲ ਸਰੀਨ ਸਾਹਿਬ ਰਿਐਕਸ਼ਨ ਤੁਹਾਡਾ ਜ਼ਰੂਰੀ ਹੈ ਇੱਥੇ। ਵੜੈਚ ਸਾਹਿਬ, ਪਹਿਲੀ ਗੱਲ ਤੇ ਮੈਂ ਕੋਈ ਚੈਲੰਜ ਨਹੀਂ ਕੀਤਾ। ਗੌਰਵ ਜੀ ਨੇ ਉਹ ਸ਼ਬਦ ਬੋਲ ਕੇ ਆਪਾਂ ਸ਼ਾਇਦ ਆਪਸ ਚ ਗਲਤਫਹਿਮੀ ਪੈਦਾ ਹੋ ਗਈ ਕਿਸੇ ਤਰੀਕੇ ਨਾਲ। ਮੈਂ ਕੋਈ ਚੈਲੰਜ ਕੀਤਾ, ਮੈਂ ਤਾਂ ਜਨਰਲ ਗੱਲ ਕੀਤੀ ਕਿ ਜਿਹੜਾ ਵੀ ਚੁਣਾਵ ਲੜਦਾ ਹੈ, ਚਾਹੇ ਮੈਂ ਹੋਵਾਂ ਜਾਂ ਤੁਸੀਂ ਹੋਵੋ, ਉਹ ਜਦੋਂ ਚੁਣਾਵ ਲੜਦਾ ਹੈ ਚੁਣਾਵ ਦਾ ਭਾਅ ਪਤਾ ਲੱਗ ਜਾਂਦਾ। ਮੈਂ ਇੱਕ ਜਨਰਲ ਇੱਕ ਇਹ ਗੱਲ ਕੀਤੀ ਹੈ, ਮੈਂ ਕੋਈ ਚੈਲੰਜ ਨਹੀਂ ਕੀਤਾ। ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ, ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ। ਤੁਸੀਂ ਐਂਕਰ ਤੇ ਨਾ ਪਾਓ ਸਾਰਾ ਕੁਝ, ਗੌਰਵ ਤੇ ਨਾ ਪਾਓ। ਮਤਲਬ ਜਿਹੜੇ ਸ਼ਬਦਾਂ ਦੀ ਟੋਨ ਹੁੰਦੀ ਹੈ ਨਾ ਸਰ, ਉਹ ਸਭ ਕੁਝ ਬਿਆਨ ਕਰ ਦਿੰਦੀ ਹੈ। ਮੈਂ ਤਾਂ ਇਸ ਕਰਕੇ ਆਪਦਾ ਚੈਲੰਜ ਸ਼ਬਦ ਦਾ ਇਸਤੇਮਾਲ ਕਰ ਦਿੱਤਾ। ਤੁਸੀਂ ਡਾਇਰੈਕਟਲੀ ਕਹਿ ਰਹੇ ਹੋ ਕਿ ਆਉਣ ਤੋਂ ਪਤਾ ਲੱਗੂਗਾ ਕੀ ਭਾਅ ਵਿਕਦੀ ਹੈ ਸਿਆਸਤ ਦੇ ਵਿੱਚ, ਤਾਂ ਇਹ ਕਾਈਂਡ ਆਫ ਚੈਲੰਜ ਹੈ। ਚੈਲੰਜ ਦਾ ਇੱਕ ਰੂਪ ਹੈ, ਤੁਸੀਂ ਚੈਲੰਜ ਸ਼ਬਦ ਦਾ ਇਸਤੇਮਾਲ ਨਾ ਕੀਤਾ ਹੋਵੇ। ਇੱਕ ਮਿੰਟ ਵੜੈਚ ਸਾਹਿਬ, ਠੀਕ ਹੈ ਸਰੀਨ ਸਾਹਿਬ, ਕੰਪਲੀਟ ਕਰ ਲਓ, ਇੱਕ ਵਾਰੀ ਕੰਪਲੀਟ ਕਰ ਲਓ। ਮੋਰਓਵਰ ਤੁਹਾਨੂੰ ਤੇ ਕੋਈ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਤੁਹਾਡੇ ਤੇ ਚਰੂਨੀ ਸਾਹਿਬ ਤੇ ਆਲਰੇਡੀ ਕਹਿ ਰਹੇ ਨੇ ਕਿ ਅਸੀਂ ਰਾਜਨੀਤੀ ਕਰਨੀ ਹੈ, ਰਾਜਨੀਤਿਕ ਚੁਣਾਵ ਲੜਨਾ। ਤੁਹਾਨੂੰ ਤੇ ਇਸ ਗੱਲ ਤੋਂ ਬੁਰਾ ਮੰਨਣਾ ਹੀ ਨਹੀਂ ਚਾਹੀਦਾ। ਤੁਹਾਡੇ ਨੇਤਾ ਤੇ ਆਪ ਚੁਣਾਵ ਲੜਨ ਵਾਸਤੇ ਆਪਣੇ ਕੈਂਡੀਡੇਟ ਵੀ ਡਿਕਲੇਅਰ ਕਰ ਗਏ। ਮੇਰਾ ਫੇਰ ਵੀ ਇਹ ਕਹਿਣਾ ਹੈਗਾ, ਡੈਮੋਕ੍ਰੇਸੀ ਹੈ, ਤੁਸੀਂ ਕਿਉਂ ਨਹੀਂ ਲੜਦੇ? ਤੁਹਾਨੂੰ ਕੌਣ ਰੋਕ ਸਕਦਾ? ਜੇ ਕੋਈ ਲੜਨਾ ਚਾਹੇਗਾ ਤਾਂ ਉਹਨੂੰ ਕੌਣ ਰੋਕ ਸਕਦਾ? ਮੈਂ ਤਾਂ ਇਹ ਗੱਲ ਕਰ ਰਿਹਾ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੈਗਾ, ਉਹਨੇ ਆਪਣਾ ਦੇਖਣਾ ਕਿ ਮੈਂ ਕਿੰਨਾ ਉਹਦਾ ਕਰਨਾ ਹੈਗਾ। ਰਹੀ ਗੱਲ, ਕਾਦੀਆਂ ਸਾਹਿਬ ਵੀ ਬੈਠੇ ਨੇ, ਬੜੇ ਸਿਆਣੇ ਨੇ, ਸੁਲਝੇ ਨੇਤਾ ਨੇ। ਮੇਰੀ ਇਹਨਾਂ ਨੂੰ ਅਪੀਲ ਹੈ ਕਿ ਜਦ ਪ੍ਰਧਾਨ ਮੰਤਰੀ ਜੀ ਨੇ ਕਾਨੂੰਨ ਵਾਪਸ ਲੈ ਲਏ ਜੀ, ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜਿਹੜੇ ਵੀ ਜਿੰਨੇ ਲੋਕ ਬੈਠੇ ਨੇ ਉੱਥੇ, ਉਹਨਾਂ ਨੂੰ ਵੀ ਘਰ ਪਰਤਾਉਣਾ ਚਾਹੀਦਾ ਹੈਗਾ। ਠੀਕ ਹੈ, ਮੈਂ ਉਸ ਪੁਆਇੰਟ ਦੇ ਉੱਤੇ ਆਉਂਗਾ। ਪੋਲੀਟੀਕਲ ਮੋਟੀਵੇਟਡ ਹੈ, ਤੁਸੀਂ ਇਸ ਦਾ ਜਵਾਬ ਦੇ ਦਿਓ। ਜਿਹੜਾ ਤੁਸੀਂ ਇਲਜ਼ਾਮ ਲਗਾਇਆ ਸੀ, ਕਾਦੀਆਂ ਸਾਹਿਬ ਕਹਿ ਰਹੇ ਨੇ 1 ਸਾਲ ਹੋ ਗਿਆ, ਹੁਣ ਕੋਈ ਨਾ ਕੋਈ ਕਿਸੇ ਪਾਰਟੀ ਨਾਲ ਤਾਂ ਜੁੜਿਆ ਹੀ ਹੋਏਗਾ, ਆਖਿਰ ਕਿਸੇ ਨਾ ਕਿਸੇ ਨੂੰ ਤਾਂ ਵੋਟ ਪਾਈ ਹੋਏਗੀ ਉਸਨੇ 2017 ਚ, 2019 ਚ। ਦੇਖੋ ਗੌਰਵ ਜੀ, ਮੇਰਾ ਇਹ ਕਹਿਣਾ ਪੋਲੀਟੀਕਲੀ ਮੋਟੀਵੇਟਡ, ਆਪਾਂ ਸਾਰਿਆਂ ਨੇ ਸੁਣਿਆ ਕਾਂਗਰਸ ਦੇ ਪ੍ਰਧਾਨ ਸੀ ਜਾਖੜ ਸਾਹਿਬ, ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਸਾਰਾ ਮੈਨੂਪੂਲੇਟ ਕਰਕੇ ਦਿੱਲੀ ਭੇਜਿਆ
ਔਰ ਸਾਨੂੰ ਅਸੀਂ ਸਾਰੇ ਯਤਨ ਅਸੀਂ ਕੀਤੇ ਨੇ ਇਹਨਾਂ ਨੂੰ ਦਿੱਲੀ ਭੇਜਣ ਦੇ। ਇਹ ਔਨ ਰਿਕਾਰਡ ਹੈ, ਤੁਹਾਡੇ ਚੈਨਲ ਨੇ ਦਿਖਾਇਆ ਉਹ ਸਟੇਟਮੈਂਟ ਨੂੰ, ਔਰ ਅਸੀਂ ਬੜੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਦਿੱਲੀ ਸ਼ਿਫਟ ਕੀਤਾ ਹੈਗਾ, ਦਿੱਲੀ ਭੇਜਿਆ ਹੈਗਾ, ਔਰ ਕਾਂਗਰਸ ਦੇ ਵਰਕਰ ਉੱਥੇ ਜਾਂਦੇ ਨੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਂ ਅਕਾਲੀ ਦਲ ਦੇ ਵਰਕਰ ਕਿਸਾਨੀ ਝੰਡੇ ਥੱਲੇ ਗਏ ਨੇ, ਠੀਕ ਹੈ। ਆਪ ਨੇ ਕਿਹਾ ਕਿਸਾਨੀ ਝੰਡੇ ਥੱਲੇ ਸਾਡੇ ਵਰਕਰ ਗਏ ਨੇ। ਮੈਨੂੰ ਇੱਕ ਚੀਜ਼ ਦੱਸੋ, ਜਦੋਂ ਪੋਲੀਟੀਕਲ ਪਾਰਟੀਆਂ ਆਪਣੇ ਵਰਕਰ ਭੇਜਦੀਆਂ ਨੇ, ਕੀ ਉਸ ਨੂੰ ਤੁਸੀਂ ਪੋਲੀਟੀਕਲ ਨਹੀਂ ਕਹੋਗੇ? ਠੀਕ ਹੈ, ਇਹਨਾਂ ਨੇ ਨਹੀਂ ਆਪਣੇ ਮੰਚ ਤੇ ਚੜਨ ਦਿੱਤਾ, ਇਹਨਾਂ ਦੀ ਸਟ੍ਰੈਟਜੀ ਸੀਗੀ ਕਿ ਅਸੀਂ ਇਹਨੂੰ ਨਾਨ ਪੋਲੀਟੀਕਲ ਦਿਖਾਵਾਂਗੇ, ਲੇਕਿਨ ਗਰਾਊਂਡ ਦੇ ਉੱਤੇ ਤਾਂ ਸਾਰਾ ਪੋਲੀਟੀਕਲ ਹੋਇਆ। ਠੀਕ ਹੈ ਪ੍ਰਿੰਸ ਖੁੱਲਰ ਜੀ, ਥੋੜਾ ਜਿਹਾ ਹੋਰ ਇੰਤਜ਼ਾਰ ਕਰਿਓ, ਮੈਂ ਇੱਕ ਰਿਐਕਸ਼ਨ ਲੈ ਕੇ ਸਿੱਧਾ ਤੁਹਾਡੇ ਕੋਲ ਆਵਾਂਗਾ। ਕਾਦੀਆਂ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ? ਕੋਈ ਗੱਲ ਨਹੀਂ ਦੇਖੋ, ਕੋਈ ਨਹੀਂ। ਐਡੀ ਵੱਡੇ ਐਜੀਟੇਸ਼ਨ ਤੋਂ ਬਾਅਦ ਵੀ ਜਦੋਂ ਤੁਸੀਂ ਹਾਲੇ ਵੀ ਨਹੀਂ ਮੰਨਣ ਨੂੰ ਤਿਆਰ ਵੀ ਇਹ ਨਾਨ ਪੋਲੀਟੀਕਲ ਸੀ, ਫਿਰ ਸਾਨੂੰ ਚੈੱਕ ਕਰਾ ਲਓ, ਸਾਡੇ ਤੇ ਤੋਹਮਤ ਲਾ ਦਿਓ, ਜਿਹੜੀਆਂ ਤੋਹਮਤਾਂ ਤੁਸੀਂ ਅੱਗੇ ਲਾਤੀਆਂ ਉਹ ਲਾ ਦਿਓ। ਮੈਨੂੰ ਦੱਸ ਦਿਓ, ਮੈਂ ਤੁਹਾਡੇ ਸਾਹਮਣੇ ਬੈਠਾ, ਮੈਨੂੰ ਦੱਸ ਦਿਓ ਮੈਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ, ਕਿਹਦੇ ਪਾਰਟੀ ਨੂੰ ਬੈਕ ਕਰਦਾ। ਮੈਂ ਟੋਟਲ ਤੌਰ ਤੇ ਕਿਸਾਨੀ ਤੌਰ ਤੇ ਨਿਰਭਰ ਹਾਂ, ਟੋਟਲ ਤੌਰ ਤੇ ਕਿਸਾਨੀ ਕਰਦੇ ਆ, ਤੁਹਾਡੀ ਕਿਸਾਨੀ ਲਈ ਲੜੇ ਆ। ਲੋਕ ਇੱਥੇ ਲੜੇ, ਲੋਕ ਪਾਰਟੀ ਨਾਲ ਜ਼ਰੂਰ ਜੁੜੇ ਹੋਏ ਆ, ਸਰਪੰਚ ਪੰਚ ਬਣਦੇ ਆ, ਕੋਈ ਨਾ ਕੋਈ ਪਾਰਟੀ ਨਾਲ ਜੁੜਿਆ ਹੁੰਦਾ। ਸਾਰਿਆਂ ਨੇ ਇਹ ਕਹਿ ਕੇ ਆਏ ਆ, ਅਸੀਂ ਜਦੋਂ ਵੀ ਕੋਈ ਨਿੱਕਾ ਸੰਮੇਲਨ ਵੀ ਕਰਦੇ ਸੀ, ਕੋਈ ਨਿੱਕੀ ਐਜੀਟੇਸ਼ਨ ਵੀ ਕਰਦੇ, ਉੱਤੇ ਕਹਿੰਦੇ ਭਾਈ ਪੋਲਿਟਿਕਸ ਨਾ ਕਰਿਓ ਇੱਥੇ ਆਪਣੀ ਪੋਲੀਟੀਕਲ ਪਾਰਟੀ। ਉਹ ਕਹਿੰਦੇ ਸੀ ਪਾਰਟੀਆਂ ਛੱਡ ਕੇ ਕਿਸਾਨ ਪਹਿਲਾਂ ਆਵਾਂ, ਅਸੀਂ ਕਿਸਾਨੀ ਤੌਰ ਤੇ ਥੋੜੀ ਮਦਦ ਕਰਨ ਆਏ ਹੋਏ ਆ। ਜਿਹੜੇ ਲੋਕ ਸੀ ਜਾਂ ਪਿੰਡਾਂ ਵਾਲੇ ਕਿਸਾਨ ਸੀ, ਉਹ ਪੋਲੀਟੀਕਲ ਤੌਰ ਤੇ ਹੋ ਸਕਦੇ ਨੇ, ਪਰ ਸਾਰਿਆਂ ਨੇ ਇੱਕ ਸਾਲ ਲਈ ਪੋਲਿਟਿਕਸ ਆਪਣੀ ਛੱਡ ਕੇ ਪਿੱਛੇ ਰੱਖ ਕੇ, ਨਹੀਂ ਪੋਲੀਟੀਕਲ ਗੱਲ ਨਹੀਂ ਹੈ ਇਹ, ਸਾਡੀ ਕਿਸਾਨੀ ਦੀ ਗੱਲ ਆ, ਆਰਥਿਕ ਗੱਲ ਆ, ਆਰਥਿਕ ਲੜਾਈ ਲੜੀ ਆ। ਸਰੀਨ ਸਾਹਿਬ ਜਵਾਬ ਦੇ ਦਿਓ, ਕਾਂਗਰਸ ਨੂੰ ਇਹ ਬਹੁਤ ਗਲਤ ਗੱਲ ਆ। ਤੁਸੀਂ ਕਾਂਗਰਸ ਤੇ ਇਲਜ਼ਾਮ ਲਗਾ ਰਹੇ ਹੋ, ਕਾਂਗਰਸ ਨੂੰ ਮਾਈਲੇਜ ਮਿਲ ਰਹੀ ਹੈ? ਨਹੀਂ ਦੇਖੋ, ਇਹਦੇ ਚ ਕੋਈ ਮਾਈਲੇਜ ਲੈਣ ਦਾ ਇਸ਼ੂ ਨਹੀਂ ਹੈ, ਕੋਈ ਮਾਈਲੇਜ ਇਸ਼ੂ ਨਹੀਂਗਾ ਕਾਦੇ ਸਾਹਿਬ, ਕੋਈ ਮਾਈਲੇਜ ਦਾ ਇਸ਼ੂ ਨਹੀਂਗਾ। ਇੱਕ ਕੌਜ਼ ਸੀਗਾ, ਅਸੀਂ ਜੇ ਹੁਣੇ ਆਪਣੇ ਵੜੈਚ ਸਾਹਿਬ ਵੀ ਕਹਿ ਰਹੇ ਸੀਗੇ ਜੀ ਕਿਸਾਨ ਦੀ ਹਾਲਤ ਬੜੀ ਮਾੜੀ ਆ, ਉਹ ਹੈ। ਅਸੀਂ ਇੱਕ ਪ੍ਰਯਾਸ ਕੀਤਾ ਕਿ ਕਿਸਾਨ ਦੇ ਜੀਵਨ ਪੱਧਰ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਉਹਦੀ ਫਸਲ ਦਾ ਵਾਜਬ ਮੁੱਲ ਕਿਵੇਂ ਮਿਲ ਸਕਦਾ ਹੈ, ਉਹਦੀ ਮਾਰਕੀਟਿੰਗ ਕਿਵੇਂ ਹੋ ਸਕਦੀ ਹੈ। ਅਸੀਂ ਇੱਕ ਪ੍ਰਪੋਜ਼ਲ ਦਿੱਤੀ ਇਹਨਾਂ ਨੂੰ, ਇੱਕ ਕਾਨੂੰਨ ਲਿਆ ਕੇ ਅਸੀਂ ਇੱਕ ਰਸਤਾ ਦਿਖਾਇਆ। ਨਹੀਂ ਇਹਨਾਂ ਨੂੰ ਪਸੰਦ ਤੇ ਅਸੀਂ ਵਾਪਸ ਲੈ ਲਿਆ। ਔਰ ਜਹਾਂ ਤੇ ਦੱਸਦੇ ਨੇ ਕਿ ਯਾਰ ਪਹਿਲਾ ਸਿਸਟਮ ਸੀਗਾ, ਉਹ ਕਹਿੰਦੇ ਟਾਈਮ ਬਹੁਤ ਲਗਾਤਾ ਸਰ, ਉਹੀ ਗੱਲ ਕਹਿੰਦੇ ਨੇ ਕਿ ਟਾਈਮ ਬਹੁਤ ਲਗਾਤਾ। ਚਲੋ ਹੁਣ ਥੋੜਾ ਜਿਹਾ ਅਸੀਂ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਮਝਾਉਣ ਦੀ, ਯਾਦ ਕੀਤੇ ਜਾਂਦੇ ਨੇ, ਅਸੀਂ ਸਮਝਾ ਸਕੀਏ, ਨਹੀਂ ਸਮਝਾ ਸਕੇ ਅਸੀਂ ਵਾਪਸ ਲੈ ਲਏ ਜੀ। ਇਹ ਚ ਕੋਈ ਆਰਗੂਮੈਂਟ ਵਾਲੀ ਗੱਲ ਹੀ ਕੋਈ ਨਹੀਂ। ਅਸੀਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਨਹੀਂ ਸਰ, ਆਰਗੂਮੈਂਟ ਤਾਂ ਆਪਾਂ 1 ਸਾਲ ਤੋਂ ਕਰ ਰਹੇ ਹਾਂ। ਸਰੀਨ ਸਾਹਿਬ ਬਹੁਤੀਆਂ ਨਹੀਂ, ਮੈਨੂੰ ਲੱਗਦਾ 100 ਡਿਬੇਟਸ ਦੇ ਵਿੱਚ ਤਾਂ ਤੁਸੀਂ ਆ ਗਏ ਹੋਣੇ ਜਿਸ ਦੇ ਵਿੱਚ ਆਰਗੂਮੈਂਟਸ ਹੋਏ, ਕਾਨੂੰਨਾਂ ਨੂੰ ਲੈ ਕੇ, ਕਾਨੂੰਨਾਂ ਦੇ ਢਾਂਚੇ ਨੂੰ ਲੈ ਕੇ। ਮੈਂ ਹੁਣ ਵੀ ਕਹਿ ਰਿਹਾ ਕਿ ਜਿਹੜੇ ਕਾਨੂੰਨ ਬਣਾਏ ਗਏ ਸੀਗੇ ਕਿਸਾਨਾਂ ਦੇ ਹਿੱਤ ਵਾਸਤੇ ਬਣਾਏ ਗਏ ਸੀਗੇ, ਕਿਤੇ ਸਾਡੇ ਸੰਵਿਧਾਨ 'ਚ ਕਮੀ ਰਹਿ ਗਈ, ਅਸੀਂ ਉਹਨੂੰ ਵਾਪਸ ਲੈ ਲਏ। ਕਿਉਂਕਿ ਇਹਨਾਂ ਨੂੰ ਲੱਗਦਾ ਕਿਸਾਨ ਸਾਡੀ ਗੱਲ ਝੂਠ ਨਹੀਂ ਬੋਲ ਸਕਣਗੇ, ਕਿਸਾਨ ਸਾਡੇ ਵਾਂਗੂ ਪਲਟ ਨਹੀਂ ਸਕਣਗੇ ਬਾਰ-ਬਾਰ। ਚਲੋ ਥੋੜਾ ਜਿਹਾ ਇੰਤਜ਼ਾਰ ਕਰੋ ਭਾਈ, ਇੱਕ ਵਾਰੀ ਖੁੱਲਰ ਸਾਹਿਬ ਨੂੰ ਸ਼ਾਮਲ ਕਰੋ। ਮੈਂ ਵਿੜਾਇਤ ਸਾਹਿਬ ਤੁਹਾਡੇ ਕੋਲ ਆਉਣਾ ਵਾਪਸ। ਪ੍ਰਿੰਸ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ, ਇੱਕ ਸੈਕਿੰਡ ਸਰੀਨ ਸਾਹਿਬ ਥੋੜਾ ਜਿਹਾ ਹੁਣ ਇੰਤਜ਼ਾਰ ਕਰੋ। ਪ੍ਰਿੰਸ ਖੁੱਲਰ ਜੀ, ਦੇਖੋ ਦੋ ਚੀਜ਼ਾਂ ਨੇ, ਇੱਕ ਇਸ ਸਮੇਂ ਬਹੁਤ ਚਰਚਾਵਾਂ ਨੇ ਕਿ ਚੁਣੌਤੀ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਨੇ ਉਹਨਾਂ ਦੇ ਲਈ ਵੱਡੀ ਹੋਈ ਹੈ ਇਸ ਪੂਰੇ ਫੈਸਲੇ ਤੋਂ ਬਾਅਦ, ਕਿਉਂਕਿ ਬੀਜੇਪੀ ਦੀ ਐਂਟਰੀ ਹੁਣ ਹੋਏਗੀ। ਬੀਜੇਪੀ ਦੀ ਐਂਟਰੀ ਹੋਏਗੀ, ਉਹ ਤੁਸੀਂ ਵੀ ਜਾਣਦੇ ਹੋ ਕਿ ਜੇ ਪਹਿਲਾਂ ਰੈਲੀਆਂ ਕਰਨ ਨੂੰ ਜਾਂ ਕੈਂਪੇਨ ਕਰਨ ਨੂੰ ਮੁਸ਼ਕਿਲ ਹੋਣੀ ਸੀ ਤਾਂ ਉਹ ਬੀਜੇਪੀ ਘੱਟੋ ਘੱਟ ਕਰ ਤਾਂ ਸਕੇਗੀ। ਰਿਜ਼ਲਟ ਕੀ ਹੁੰਦੇ ਨੇ ਉਹ ਬਾਅਦ ਦੀ ਗੱਲ ਹੈ। ਇੱਕ ਤਾਂ ਉਹ ਚੈਲੰਜ, ਤੇ ਸਭ ਦੇ ਵਿਚਾਲੇ ਜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਿਆਸੀ ਤੌਰ ਦੇ ਉੱਤੇ ਕੋਈ ਫੈਸਲਾ ਲੈ ਲਿਆ ਗਿਆ ਤਾਂ ਫਿਰ ਕਿਵੇਂ ਦੇਖਦੇ ਹੋ? ਗੱਲ ਇਹ ਆ ਗੌਰਵ ਜੀ, 2 ਮਿੰਟ ਮੈਨੂੰ ਦੇ ਦੇਣਾ। ਹੁਣ ਪਹਿਲੋਂ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦਾ ਬੜਾ ਮੈਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਦੇਰ ਆਏ ਦਰੁਸਤ ਆਏ ਔਰ ਵੱਡਾ ਦਿਲ ਕਰਕੇ ਮਾਫੀ ਵੀ ਮੰਗੀ ਦੇਸ਼ ਵਾਸੀਆਂ ਤੋਂ ਔਰ ਕਾਨੂੰਨ ਵੀ ਰੱਦ ਕੀਤੇ, ਇਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਦੂਜੀ ਗੱਲ ਜਿਹੜੀ ਸਰੀਨ ਸਾਹਿਬ ਨੇ ਇੱਥੇ ਕੀਤੀ, ਪੋਲੀਟੀਕਲ ਮੋਟੀਵੇਟਿਡ ਆ ਜਾਖੜ ਸਾਹਿਬ ਦਾ ਬਿਆਨ ਸੀ ਜਾਂ ਕਾਂਗਰਸ ਦਾ ਸੀ, ਉਹਦੇ 'ਚ ਮੈਂ ਦੱਸਣਾ ਚਾਹੁੰਦਾ ਵਾਂ ਕਿ ਸਰੀਨ ਸਾਹਿਬ ਕੋਈ ਵੀ ਕਾਂਗਰਸ ਦਾ ਇਹ ਪੋਲੀਟੀਕਲ ਮੋਟਿਵ ਨਹੀਂ ਸੀ। ਅਸੀਂ ਜਿਹੜੇ ਕਿਸਾਨਾਂ ਨੂੰ ਸਾਰੇ ਜਾਣਦੇ ਹਾਂ, ਜਦੋਂ ਅੰਦੋਲਨ ਪੰਜਾਬ ਤੋਂ ਮੋਰਚਾ ਸ਼ੁਰੂ ਹੋਇਆ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਸਾਡੇ ਸਾਬਕਾ ਮੁੱਖ ਮੰਤਰੀ ਸੀਗੇ। ਤੁਸੀਂ ਬਹੁਤ ਪ੍ਰੈਸ਼ਰਾਈਜ਼ ਕੀਤਾ ਕਿ ਕਿਸਾਨ ਅੱਗੇ ਨਾ ਵਧਣ, ਇਹਨਾਂ ਨੂੰ ਰੋਕਿਆ ਜਾਵੇ, ਇਹਨਾਂ ਦੇ ਧਰਨੇ ਖਤਮ ਕਰੋ। ਅਸੀਂ ਕਿਸਾਨੀ ਦੇ ਨਾਲ ਹੈ, ਕਾਂਗਰਸ ਸ਼ੁਰੂ ਤੋਂ, ਸਾਡੀ ਆਲ ਇੰਡੀਆ ਕਾਂਗਰਸ ਪਾਰਟੀ, ਔਰ ਅਸੀਂ ਕਿਸਾਨਾਂ ਦਾ ਸਾਥ ਦੇ ਕੇ ਉਹ ਦਿੱਲੀ ਗਏ। ਹਰਿਆਣੇ ਵਾਂਗੂ ਉਹਨਾਂ 'ਤੇ ਖੱਡੇ ਨਹੀਂ ਪੱਟੇ ਗਏ, ਜੋ ਤੁਸੀਂ ਕਰਦੇ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ।
ਔਰ ਤੀਜੀ ਗੱਲ ਜਿਹੜੀ ਇਹਨਾਂ ਨੇ ਇੱਕ ਹੋਰ ਹੱਲੇ ਵੀ ਸਰੀਨ ਸਾਹਿਬ ਕਹਿਣੋਂ ਨਹੀਂ ਹਟਦੇ ਕਿ ਪੋਲੀਟੀਕਲ ਲੋਕ ਨੇ, ਪੋਲੀਟੀਕਲ ਜੁੜੇ ਨੇ। ਉਹ ਡੈਮੋਕ੍ਰੇਸੀ 'ਚ ਹਰ ਇੱਕ ਨੂੰ ਅਧਿਕਾਰ ਹੈ ਇਲੈਕਸ਼ਨ ਲੜਨ ਦਾ। ਉਹ ਕਿਤੇ ਨਾ ਕਿਤੇ ਹੁਣ ਆਪਣੇ ਕਿਸਾਨ ਆਗੂ ਜੁੜੇ ਨੇ, ਹੋ ਸਕਦਾ ਇਹ ਕਾਲੇ ਕਾਨੂੰਨਾਂ ਤੋਂ ਪਹਿਲਾਂ ਬੀਜੇਪੀ ਨਾਲ ਜੁੜੇ ਹੋਣ ਜਾਂ ਉਹਦੇ ਅਕਾਲੀ ਦਲ ਨਾਲ ਸੰਬੰਧਿਤ ਹੋਣ, ਤੇ ਸਾਰੇ ਇੱਕ ਦੂਜੇ ਆਪਾਂ ਸਮਾਜ 'ਚ ਰਹਿੰਦੇ ਹਾਂ, ਕਿਸੇ ਨਾ ਕਿਸੇ ਨਾਲ ਆਪਾਂ ਲਿੰਕ ਰੱਖਦੇ ਹਾਂ ਪੋਲੀਟੀਕਲੀ। ਸੋ ਇਹਨੂੰ ਇਹ ਕਹਿ ਦੇਣਾ ਬਿਲਕੁਲ ਇਹ ਗਲਤ ਹੈ। ਇਹ ਜਿਹੜੀ ਜਿੱਤ ਹੋਈ ਹੈ ਕਿਸਾਨੀ ਸੰਘਰਸ਼ ਦੀ ਜਿੱਤ ਹੈ, ਇਕਜੁੱਟਤਾ ਦੀ ਜਿੱਤ ਹੈ, ਔਰ ਉਹਨਾਂ ਸ਼ਹੀਦਾਂ ਨੂੰ ਵੀ ਮੈਂ ਨਮਨ ਕਰਦਾ ਜਿਨ੍ਹਾਂ ਦੀਆਂ ਜਾਨਾਂ ਇਸ ਸੰਘਰਸ਼ 'ਚ ਗਈਆਂ। ਔਰ ਇਹ ਟੋਟਲ ਇਹਦਾ ਕੋਈ ਕਿਸੇ ਨੂੰ ਮਾਈਲੇਜ ਨਹੀਂ ਦੀ, ਇਹ ਕਿਸਾਨੀ ਸੰਘਰਸ਼ ਦੀ ਆਪਣੀ ਇੱਕ ਜਿੱਤ ਹੈ। ਔਰ ਪੋਲੀਟੀਕਲ ਜਿਹੜਾ ਇਹਨਾਂ ਨੇ ਲੈਣਾ ਵਾ ਜੀ ਫੈਸਲਾ, ਉਹ SKM ਨੇ, ਜਥੇਬੰਦੀ ਨੇ ਲੈਣਾ ਵਾ। ਚੈਲੰਜਸ ਹੁੰਦੇ ਨੇ ਬਟ ਇਹਨਾਂ ਨੂੰ ਕੋਈ ਰੋਕ ਥੋੜਾ ਸਕਦਾ ਗੌਰਵ ਜੀ। ਜੇ ਇਲੈਕਸ਼ਨ ਨੇ ਲੜਨਾ ਚਾਹੁੰਦੇ ਆ ਤੇ ਲੜਨੀ ਚਾਹੀਦੀ ਹੈ, ਬਿਲਕੁਲ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ। ਔਰ BJP ਦਾ ਠੀਕ ਆ, ਇਹਨਾਂ ਨੇ ਜੇ ਕਾਨੂੰਨ ਰੱਦ ਕੀਤੇ ਨੇ, ਤੁਸੀਂ ਕਿਹਾ ਇਹਨਾਂ ਨੂੰ ਰੈਲੀਆਂ ਕਰਨ ਜੋਗੇ ਹੋਣਗੇ, ਇਹ ਤੇ ਜਨਤਾ ਨੇ ਜਵਾਬ ਦੇਣਾ ਵਾ ਜੀ 22 ਦੇ ਵਿੱਚ। ਇਹ ਹਰ ਇੱਕ ਨੂੰ ਅਧਿਕਾਰ ਹੈ ਰੈਲੀਆਂ ਕਰਨ, ਜੀ ਸਦਕੇ ਕਰਨ। ਇਹ ਕੰਪੀਟੀਸ਼ਨ ਹੈ, ਹੈਲਦੀ ਕੰਪੀਟੀਸ਼ਨ ਹੈ, ਲੋਕ ਰਾਜ ਹੈ। ਲੋਕਾਂ ਨੇ ਦੇਖਣਾ, ਜਿਹਨੂੰ ਉਹ ਪਸੰਦ ਕਰਨਗੇ ਉਹਨੂੰ ਵੋਟ ਪਾਉਣਗੇ, ਉਹਦੀ ਸਰਕਾਰ ਬਣਾਉਣਗੇ। ਠੀਕ ਹੈ, ਤੁਹਾਡੀ ਗੱਲ ਤੇ ਰਿਐਕਟ ਕਰਨਾ ਚਾਹ ਰਹੇ ਨੇ। ਮੈਂ ਉਸ ਤੋਂ ਬਾਅਦ ਦੂਜੇ ਪੁਆਇੰਟ ਦੇ ਉੱਤੇ ਜਾਣਾ, ਜਿਹੜਾ ਅੱਜ ਦਾ ਦੂਜਾ ਅਸੀਂ ਪੁਆਇੰਟ ਹੈ ਜਿਹੜੇ ਪ੍ਰੋਗਰਾਮ ਲਿਖੇ ਨੇ। ਪਰ ਸਰੀਨ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਵੜੈਚ ਜੀ ਮੈਂ ਤੁਹਾਡੇ ਕੋਲ ਆਉਣਾ। ਸਰੀਨ ਸਾਹਿਬ, ਕਾਦੀਆ ਸਾਹਿਬ ਵੀ ਬੈਠੇ ਨੇ, ਵੜੈਚ ਸਾਹਿਬ ਵੀ ਬੈਠੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਪੂਰਨ ਕਰਜ਼ ਮਾਫੀ ਦੀ ਗੱਲ ਕੀਤੀ ਸੀਗੀ। 90,000 ਕਰੋੜ ਉਸ ਵੇਲੇ ਸੀਗਾ, ਅੱਜ 1.5 ਲੱਖ ਕਰੋੜ ਰੁਪਇਆ ਕਿਸਾਨਾਂ ਤੇ ਕਰਜ਼ਾ ਹੋ ਗਿਆ। ਸਿਰਫ 6,000 ਜਿਹੜਾ ਹੈਗਾ 6,000 ਕਰੋੜ ਜਿਹੜਾ ਹੈਗਾ ਉਹ ਮਾਫ ਹੋਇਆ। ਤੁਹਾਡੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ। ਗੰਨੇ ਦੀ ਕੀਮਤ ਤੁਸੀਂ ਆਪਣੇ ਮੂੰਹੋਂ ਕਿਹਾ ਕਿ 450 ਸਾਡੀ ਲਾਗਤ ਪੈਂਦੀ ਹੈ। ਕੈਪਟਨ ਸਾਹਿਬ ਨਾਲ ਬੈਠ ਕੇ 360 ਦੇ ਵਿੱਚ ਲੱਡੂ ਖਾ ਕੇ ਆ ਗਏ ਤੁਸੀਂ। ਆ ਹੁਣ 50,000 ਦੀ ਮੰਗਦੇ ਸੀਗੇ ਕਪਾਹ ਦੇ ਗੁਲਾਬੀ ਸੁੰਡੀ ਵਾਲਾ, 17,000 ਤੇ ਤੁਸੀਂ ਸਮਝੌਤਾ ਕਰਕੇ ਆ ਗਏ। ਇਹ ਕਿਸਾਨ ਹਿੱਤ ਹੈ ਕਿ ਕੀ ਹੈ? ਕਿੱਥੇ ਗਿਆ ਕਿਸਾਨ ਹਿੱਤ? ਤੁਸੀਂ ਸਵਾਲ ਕਿਸਾਨ ਆਗੂ ਨੂੰ ਪੁੱਛ ਰਹੇ ਹੋ, ਕਾਦੀਆਂ ਜੀ ਨੂੰ ਪੁੱਛ ਰਹੇ ਹੋ, ਵੜੈਚ ਸਾਹਿਬ ਨੂੰ ਪੁੱਛ ਰਹੇ ਹੋ? ਮੈਂ ਦੋਨੋਂ ਨੂੰ ਪੁੱਛ ਰਿਹਾ। ਸਰੀਨ ਸਾਹਿਬ ਜਿਹੜਾ ਗੰਨੇ ਦਾ ਭਾਅ ਵਧਾਇਆ ਉਹ ਪਹਿਲੇ ਹੀ ਨੰਬਰ ਦੀ ਸਟੇਟ ਸੀ ਸਾਡੀ, ਬਾਅਦ ਚੋਂ ਹਰਿਆਣੇ ਨੇ 2 ਰੁਪਏ ਵਧਾਇਆ। ਉਹ ਕਿਸਾਨ ਆਗੂਆਂ ਦੀ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਕੰਮ ਕੀਤਾ। ਕੈਪਟਨ ਸਾਹਿਬ ਨੇ ਉਦੋਂ ਵੀ ਗੁਲਾਬੀ ਸੁੰਡੀ ਦਾ ਹੋਇਆ, ਚੰਨੀ ਸਾਹਿਬ ਨੇ ਸਲਾਹ ਕਰਕੇ ਜਥੇਬੰਦੀਆਂ ਨਾਲ ਉਹਦਾ ਮੁਆਵਜ਼ਾ ਦਿੱਤਾ ਵਾ। ਠੀਕ ਹੈ, ਮੈਂ ਦੂਜੇ ਪੁਆਇੰਟ ਦੇ ਉੱਤੇ ਜਾਣਾ, ਆਪਾਂ ਜਵਾਬ ਲੈ ਲਈਏ ਇੱਕ ਵਾਰੀ ਨਾ। 4 ਸਾਲ 1 ਰੁਪਿਆ ਕਾਂਗਰਸ ਸਰਕਾਰ ਨੇ ਨਹੀਂ ਵਧਾਇਆ। ਔਰ ਕਿਸਾਨ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਸਰ? ਮਤਲਬ ਤੁਸੀਂ ਪੁਆਇੰਟ ਦੇ ਉੱਤੇ ਆਓ ਨਾ ਸਿੱਧਾ, ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਮੈਂ ਤੇ ਪੁੱਛਦਾ ਪਿਆ ਕਿਸਾਨ ਨੇਤਾਵਾਂ ਨੂੰ ਕਿ 4.5 ਸਾਲ ਜਿਹੜੇ ਤੁਸੀਂ ਸੁੱਤੇ ਰਹੇ, ਤੁਹਾਨੂੰ 1 ਰੁਪਿਆ ਗੰਨੇ ਨਾਲ ਨਹੀਂ ਸੀ ਵਧਾਇਆ। ਤੁਹਾਨੂੰ ਲੱਗਦਾ ਕਾਂਗਰਸ ਨੂੰ ਲੈ ਕੇ ਥੋੜਾ ਜਿਹਾ ਸੌਫਟ ਹੈ ਕਿਸਾਨ? ਸੌਫਟ ਨਹੀਂ, ਦੇਖੋ ਬਿਲਕੁਲ ਨਹੀਂ। ਗੌਰਵ ਜੀ ਦੇਖੋ, ਮੈਂ ਜਵਾਬ ਦੇ ਰਿਹਾ। ਪ੍ਰਿੰਸ ਜੀ ਹਾਂ ਗੌਰਵ ਜੀ ਦੇਖੋ, ਜਿਹੜੇ ਤਾਂ ਸਰੀਨ ਸਾਹਿਬ ਨੇ ਲੱਡੂ ਖਵਾਉਣ ਦੀ ਗੱਲ ਕੀਤੀ, ਉਹ ਤਾਂ ਜਿਨ੍ਹਾਂ ਨੇ ਖਵਾਏ ਉਹੀ ਦੱਸ ਸਕਦੇ ਨੇ। ਅਸੀਂ ਤਾਂ ਜਦੋਂ ਕਾਂਗਰਸ ਸਰਕਾਰ 'ਚ 2014 'ਚ ਹਰਿਆਣੇ 'ਚ ਅੰਦੋਲਨ ਕੀਤਾ ਸੀ ਗੰਨੇ ਦਾ ਰੇਟ ਲਈ, ਤੇ ਕਾਦੀਆਂ ਸਾਹਿਬ ਨੇ ਕਿਹਾ ਕਿ ਪੰਜਾਬ 'ਚ ਰੇਟ ਜ਼ਿਆਦਾ ਹੈ। ਹਰਿਆਣਾ ਉਹ ਸੂਬਾ ਸੀ ਜਿੱਥੇ ਦੇਸ਼ 'ਚ ਸਭ ਤੋਂ ਜ਼ਿਆਦਾ ਰੇਟ ਸੀ, ਤੇ ਅੰਦੋਲਨ ਕਰਕੇ ਮਿੱਲਾਂ ਬੰਦ ਕਰਕੇ ਰੇਟ ਵਧਵਾਇਆ ਸੀ। ਹੁੱਡਾ ਸਾਹਿਬ ਨੂੰ ਲੱਡੂ ਨਹੀਂ ਸੀ ਖਵਾਇਆ ਸੀ ਉਦੋਂ ਵੀ। ਅਸੀਂ ਕਾਂਗਰਸ ਰਾਜ 'ਚ ਵੀ ਅੰਦੋਲਨ ਕੀਤਾ, ਭਾਜਪਾ 'ਚ ਵੀ ਕੀਤਾ। ਜਿੱਥੇ ਤੱਕ ਗੱਲ ਆਈ ਕਿ ਕਰਜ਼ਾ ਕਿਸਾਨਾਂ ਤੇ ਵੱਧ ਗਿਆ, ਮੈਂ ਪਹਿਲਾਂ ਕੋਟ ਉਹੀ ਕੀਤੀ ਸੀ ਲਾਈਵ ਪ੍ਰੋਗਰਾਮ ਸ਼ੁਰੂ ਹੋਣ ਤੇ ਕਿ ਕਿਸਾਨ ਪਹਿਲਾਂ ਵੈਂਟੀਲੇਟਰ ਤੇ ਸੀ, ਇਹਨਾਂ ਕਾਨੂੰਨਾਂ ਨਾਲ ਉਹਦਾ ਦਰਖਤ ਵਾਰੰਟ ਜਾਰੀ ਹੋ ਗਿਆ। ਅਸੀਂ ਇਸ ਗੱਲ ਨੂੰ ਵੇਖੀਏ, ਜਦੋਂ ਕਾਨੂੰਨ ਨਹੀਂ ਸੀ ਆਇਆ ਦਰਖਤ ਇਹਨਾਂ ਦਾ, ਕਿ ਉਦੋਂ ਕਿਸਾਨ ਦੇ ਹਾਲਾਤ ਬੜੇ ਚੰਗੇ ਸਨ। ਅਗਰ ਕਾਨੂੰਨ ਵਾਪਸ ਹੋ ਗਏ ਤੇ ਬੜੇ ਚੰਗੇ ਹੋ ਜਾਣਗੇ। ਅਗਰ ਇੱਕ ਵਾਰੀ ਵੱਡੀ ਗੱਲ ਕਰ ਲਈਏ, ਜਿਹੜੀ MSP ਦੀ ਗਰੰਟੀ ਹੈ ਹੁਣ ਆਪਾਂ ਮੰਗ ਰਹੇ ਆ, ਮਿਲ ਜਾਂਦੀ ਹੈ, ਬਹੁਤ ਵਧੀਆ ਗੱਲ ਹੈ, ਸੰਘਰਸ਼ ਕਰ ਰਹੇ ਆ ਕਿ 2000 ਰੁਪਏ ਕਣਕ ਵੇਚ ਕੇ ਕਿਸਾਨ ਦੀ ਖੁਦਕੁਸ਼ੀ ਰੁਕ ਜਾਏਗੀ। ਜਦਕਿ ਸਵਾਮੀਨਾਥਨ ਰਿਪੋਰਟ ਦੀ ਸਾਡੀ ਤਾਂ ਮੰਗ ਹੈ ਕਿ C2 + 50% ਜੋੜਿਆ ਜਾਏ। ਗੱਲ ਇਹ ਕਿ ਸਮੇਂ ਦੀ ਜਿਹੜੀ ਵੀ ਸਰਕਾਰ ਰਹੀ, ਕਿਸੇ ਨੇ ਵੀ ਕਿਸਾਨਾਂ ਦਾ ਫਾਇਦਾ ਨਹੀਂ ਕੀਤਾ, ਕਿਸਾਨਾਂ ਨੇ ਮੋਹਰਾ ਸਮਝਿਆ ਆਪਣੀ ਰਾਜਨੀਤੀ ਕਰਨ ਦਾ। ਵੜੈਚ ਸਾਹਿਬ, ਗੱਲ ਇਹ ਕਿ ਜਿਹੜੇ ਜਸ਼ਨ ਮਨਾ ਰਹੇ ਨੇ ਕਿਸਾਨ ਆਗੂ, ਤੁਸੀਂ ਉਹਨਾਂ ਨੂੰ ਵੀ ਕੁਐਸਚਨ ਕਰ ਰਹੇ ਹੋ ਕਿ ਆਪਾਂ ਇੱਥੋਂ ਹਾਸਲ ਕੀ ਕਰਕੇ ਚੱਲੇ ਹਾਂ। ਬੇਸ਼ੱਕ ਆਪਾਂ ਖੇਤੀ ਕਾਨੂੰਨ ਰੱਦ ਕਰਵਾ ਦਿੱਤੇ, ਪਰ ਜਿਹੜੀਆਂ ਚੁਣੌਤੀਆਂ ਨੇ ਉੱਥੇ ਦੀਆਂ ਉੱਥੇ ਖੜੀਆਂ ਨੇ। ਕਾਦੀਆਂ ਸਾਹਿਬ ਨੂੰ ਜਵਾਬ ਦੇਣਾ। ਦੇਖੋ, ਜਿਹੜੀ ਦੇਸ਼ਾਂ ਦਾ ਜਸ਼ਨ ਬਣਦਾ ਹੈ, ਜਿਹੜਾ ਸੰਘਰਸ਼ ਕੀਤਾ ਹੈ, ਪਰ ਆਤਮ ਵਿਚਾਰ ਕਰਨਾ, ਆਪਣੀ ਬਾਰੇ ਸੋਚਣਾ ਕੀ ਹਾਲਾਤ ਨੇ, ਉਹ ਵੀ ਸਾਡਾ ਫਰਜ਼ ਹੈ। ਮਤਲਬ ਤੁਹਾਨੂੰ ਲੱਗਦਾ ਪੋਲੀਟੀਕਲ ਸੋਲੂਸ਼ਨ ਹੋਣਾ ਚਾਹੀਦਾ ਉਸਦਾ, ਕਿ ਪੋਲਿਟਿਕਸ ਦੇ ਵਿੱਚ ਫਿਰ ਤੁਸੀਂ ਸੋਲੂਸ਼ਨ ਜਿੰਨਾ ਚਿਰ ਅਸੀਂ ਰਾਜ 'ਚ ਨਹੀਂ ਆਉਂਦੇ, ਆਪਣੀਆਂ ਨੀਤੀਆਂ ਖੁਦ ਨਹੀਂ ਕਰਦੇ, ਉਹਨਾਂ ਚਿਰ ਕੁਝ ਨਹੀਂ ਹੋਣ ਵਾਲਾ। ਨਹੀਂ, ਤੁਸੀਂ ਇਹ ਦੱਸੋ, ਚਲੋ ਮੈਂ ਕਾਦੀਆਂ ਸਾਹਿਬ ਕੋਲ ਜਾਣਾ, ਤੁਹਾਡੇ ਤੋਂ ਮੈਂ ਪ੍ਰਿੰਸ ਜੀ ਇੱਕ ਸਵਾਲ ਪੁੱਛਦਾ ਕਿ ਜੇ SKM ਅੱਜ ਵੀ ਮਨਾ ਕਰੇਗਾ, ਜੇ SKM ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਵੀ ਮਨਾ ਕਰੇਗਾ, ਤਾਂ ਗੁਰਨਾਮ ਸਿੰਘ ਚੜੂਨੀ ਦਾ ਕੀ ਸਟੈਪ ਹੋਏਗਾ? ਤੁਸੀਂ ਦੱਸੋ ਕਿ SKM ਦੇ ਨਾਲ ਰਹੋਗੇ ਜਾਂ ਨਹੀਂ ਰਹੋਗੇ? ਉਹ ਤਾਂ ਸਿੱਧਾ ਕਹਿ ਰਹੇ ਨੇ ਕਿ ਅਸੀਂ ਪੋਲੀਟੀਕਲ ਪਾਰਟੀ ਦੀ ਤਰ੍ਹਾਂ ਤੁਹਾਨੂੰ ਟ੍ਰੀਟ ਕਰਾਂਗੇ ਫਿਰ ਜੇਕਰ ਤੁਸੀਂ ਇਲੈਕਸ਼ਨ ਦੇ ਵਿੱਚ ਚਲੇ ਗਏ।
ਪਹਿਲੀ ਗੱਲ ਤਾਂ ਇਹ ਜਿਹੜਾ ਫੈਸਲਾ ਹੈ ਐਸਕੇਐਮ ਦਾ ਨਹੀਂ ਸੀ, ਇਹ ਪੰਜਾਬ ਦੀਆਂ 32 ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਸੁਣਾਇਆ। ਇਹਦੇ ਉੱਤੇ ਹੁਣ ਸੁਣੋ ਤੁਸੀਂ, ਇੱਕ ਪਾਸੇ ਤਾਂ ਉਗਰਾਹ ਸਾਹਿਬ ਕਹਿ ਰਹੇ ਨੇ ਕਾਂਗਰਸ ਦਾ ਵਿਰੋਧ ਨਹੀਂ ਕਰਨਾ, 32 ਜਥੇਬੰਦੀਆਂ ਨੇ 1.5-2 ਮਹੀਨੇ ਪਹਿਲਾਂ ਪੰਜਾਬ ਵਿੱਚ ਪ੍ਰੈਸ ਕਾਨਫਰੰਸ ਕੀਤੀ, ਕਿਹਾ ਕਿ ਕਾਂਗਰਸ ਦਾ, ਅਕਾਲੀ ਦਾ ਜਾਂ ਕਿਸੇ ਸਿਆਸੀ ਧਿਰ ਦਾ ਵਿਰੋਧ ਨਹੀਂ ਕਰਨਾ। ਫਿਰ ਗੁਰਨਾਮ ਸਿੰਘ ਦਾ ਕਿਉਂ? ਇਹ ਸਵਾਲ ਪੁੱਛਣਾ ਬਣਦਾ ਸੀ ਕਿ ਨਹੀਂ ਬਣਦਾ ਕਿ ਗੁਰਨਾਮ ਸਿੰਘ ਤੋਂ ਕੋਈ ਜ਼ਿਆਦਾ ਦਿੱਕਤ ਹੈ? ਫਿਰ ਦੂਸਰੀ ਗੱਲ ਆ ਗਈ ਐਸਕੇਐਮ ਦੇ ਸਟੈਂਡ ਨਾਲ ਆ ਕੇ ਨਹੀਂ, ਪਹਿਲ ਅਸੀਂ ਐਸਕੇਐਮ ਨੂੰ ਦੇ ਰਹੇ ਹਾਂ, ਉਹ ਆਣ ਸਿਆਸੀ ਧਿਰ ਬਣਾਉਣ, ਕਿਸਾਨਾਂ ਨੂੰ ਸਿਆਸੀ ਤੌਰ ਤੇ ਮਜ਼ਬੂਤ ਕਰਕੇ ਨੀਤੀਆਂ ਕੱਢਣ। ਅਗਰ ਉਹ ਨਹੀਂ ਕਰਦੇ ਅਸੀਂ ਤਾਂ ਮਿਸ਼ਨ ਪੰਜਾਬ ਐਲਾਨਿਆ ਹੋਇਆ ਕਿ ਇਹਨੂੰ ਹੋਰ ਮਜ਼ਬੂਤੀ ਨਾਲ ਚਲਾਵਾਂਗੇ, ਲੋਕਾਂ ਦਾ ਰਾਜ ਲੋਕਾਂ ਦੇ ਹੱਥਾਂ 'ਚ ਦੇਵਾਂਗੇ। ਕਾਦੀਆਂ ਸਾਹਿਬ ਦੇਖੋ, ਜਿਹੜੀ ਇਹਨਾਂ ਨੇ ਗੱਲ ਕਹੀ ਆ ਵੀ ਇਹਨਾਂ ਨੇ ਪੰਜਾਬ ਮਿਸ਼ਨ ਅਪਣਾਇਆ, 32 ਜਥੇਬੰਦੀਆਂ ਨੇ ਆ ਕੇ ਕਲੈਰਿਟੀ ਕਰਤੀ ਸੀ ਵੀ ਜਿਹੜਾ ਵੀ ਇਹਨਾਂ ਦਾ ਮਿਸ਼ਨ ਆ ਉਹਦੇ ਨਾਲ 32 ਜਥੇਬੰਦੀਆਂ ਸਹਿਮਤ ਨਹੀਂ ਹੈਗੀਆਂ। ਪਹਿਲਾਂ ਸਾਨੂੰ ਅੰਦੋਲਨ ਆ, ਅਸੀਂ ਅੰਦੋਲਨ ਜਿੱਤਣਾ, ਉਸ ਤੋਂ ਬਾਅਦ ਕੋਈ ਅਗਲੀ ਗੱਲ ਸੋਚੀ ਜਾ ਸਕਦੀ ਹੈ ਜਾਂ ਨਹੀਂ ਸੋਚਣੀ ਜਾ ਸਕਦੀ ਹੈ। ਇਹ ਗੱਲ ਕਲੀਅਰ ਕਰਨ ਵਾਸਤੇ 32 ਜਥੇਬੰਦੀਆਂ ਨੇ ਆਪਣੀ ਪ੍ਰੈਸ ਕਾਨਫਰੰਸ ਗੱਲ ਕਹੀ ਆ ਵੀ ਜੋ ਵੀ ਚਰੂਨੀ ਜੀ ਆ ਕੇ ਆਪਣੀ ਜੋ ਵੀ ਐਡਵਾਈਸ ਜਾਂ ਉਹਨਾਂ ਦੀ ਕੋਈ ਸੋਚ ਆ ਉਹ ਇੱਥੇ ਪੰਜਾਬ 'ਚ ਲਾਗੂ ਕਰਦੇ ਆ ਤਾਂ ਉਹ 32 ਜਥੇਬੰਦੀਆਂ ਨਾਲ ਸਹਿਮਤ ਨਾ ਹੋ ਕੇ ਇੱਕ ਅਲੱਗ ਤਰੀਕੇ ਨਾਲ ਕਰਨਾ ਚਾਹੁੰਦੇ ਆ। ਕਲੈਰਿਟੀ ਲੋਕਾਂ 'ਚ ਆਉਣੀ ਚਾਹੀਦੀ ਸੀ। ਇਹ ਵੀ ਦਾਅਵਾ ਕਰਦੇ ਆ ਕਾਦੀਆਂ ਜੀ ਕਿ 32 ਜਥੇਬੰਦੀਆਂ ਦੇ ਵਿੱਚੋਂ ਵੀ ਕੁਝ ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਨੇ ਜੋ ਚਾਹੁੰਦੀਆਂ ਕਿ ਇਲੈਕਸ਼ਨ ਦੇ ਵਿੱਚ ਉਤਰੋ। ਦੇਖੋ, ਹਾਲੇ ਤੱਕ ਅੰਦੋਲਨ ਇੰਪੋਰਟੈਂਟ ਸੀ, ਹਾਲੇ ਅੰਦੋਲਨ ਇੰਪੋਰਟੈਂਟ ਹੈ ਜਦ ਤੱਕ ਆਪਾਂ ਉਹ ਜਿੱਤ ਕੇ ਨਹੀਂ ਆਉਂਦੇ। ਉਸ ਤੋਂ ਪਹਿਲਾਂ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਵੀ ਉਸ ਤੋਂ ਪਹਿਲਾਂ ਕੋਈ ਇਹ ਗੱਲ ਕਰਨੀ ਵਾਜਬ ਨਹੀਂ ਹੈ। ਇਹ ਕਲੈਰਿਟੀ ਹੈ। ਇੱਕ 32 ਜਥੇਬੰਦੀਆਂ ਨੇ ਉਧਰ ਪ੍ਰੈਸ ਕਾਨਫਰੰਸ 'ਚ ਵੀ ਇਹੀ ਕਹੀ ਆ ਵੀ ਜਦ ਤੱਕ ਅੰਦੋਲਨ ਦੀ ਗੱਲ ਚੱਲਦੀ ਹੈ, ਜਦ ਤੱਕ ਕੋਈ ਪੋਲੀਟੀਕਲ ਗੱਲ ਕਰਨੀ ਜਾਂ ਉਧਰ ਨੂੰ ਮੋਟਿਵ ਕਰਨਾ ਉਹ ਵਾਜਬ ਨਹੀਂ ਹੈ। ਹੋ ਸਕਦਾ ਇਹਨਾਂ ਦੀ ਗੱਲ ਠੀਕ ਹੋਵੇ, ਹੋ ਸਕਦਾ ਕਿਸਾਨਾਂ ਨੂੰ ਇਸ ਪਾਸੇ ਜਾ ਕੇ ਵੀ ਕੋਈ ਫਾਇਦਾ ਹੁੰਦਾ ਹੋਵੇ, ਹੋ ਸਕਦਾ ਇੰਡੈਕਸ ਦੇ ਹਿਸਾਬ ਨਾਲ ਐਮਐਸਪੀ ਮਿਲ ਸਕਦੀ ਹੋਵੇ। ਜਿਹੜੀ ਇਹ ਗੱਲ ਕਹਿ ਰਹੇ ਆ ਵੀ ਇਹ ਜਿਹੜੇ ਕਾਨੂੰਨ ਆਏ ਸੀ ਇਸ ਤੋਂ ਪਹਿਲੇ ਵੈਂਟੀਲੇਟਰ ਤੇ ਸੀ, ਇਹ ਡੈਥ ਵਾਰੰਟ ਸੀ, ਇਹਦੇ ਨਾਲ ਅਸੀਂ ਵੀ ਸਹਿਮਤ ਕਰਦੇ ਆ ਵੀ ਇਹ ਹੈ। ਜੇ ਅੱਜ ਕਾਨੂੰਨ ਵਾਪਸ ਹੋ ਗਿਆ, ਕੋਈ ਕਰਜ਼ਾ ਨਹੀਂ ਉਤਰ ਗਿਆ ਸਾਡਾ, ਕੋਈ ਸਾਡੀ ਫਸਲਾਂ ਵੱਧ ਮੁੱਲ ਤੇ ਨਹੀਂ ਲੱਗ ਗਿਆ, ਕੋਈ ਕਿਸਾਨ ਖੁਸ਼ਹਾਲ ਨਹੀਂ ਹੋ ਗਿਆ। ਇਹ ਇੱਕ ਰਿਐਲਿਟੀ ਆ ਵੀ ਇੱਕ ਉੱਪਰੋਂ ਹੋਇਆ ਅਟੈਕ। ਬੀਜੇਪੀ ਤੁਹਾਡੇ ਤੇ ਇਲਜ਼ਾਮ ਲਗਾ ਰਹੀ ਹੈ ਤੁਸੀਂ ਸੌਫਟ ਹੋ, ਕਾਂਗਰਸ ਨੂੰ ਲੈ ਕੇ ਸੌਫਟ ਹੋ। ਜਿਹੜੀ ਕਾਂਗਰਸ ਨੂੰ ਲੈ ਕੇ ਸੌਫਟ ਆ ਜੀ? ਜਿਹੜੀ ਸਰਕਾਰ ਨੇ ਸਾਡੇ ਨਾਲ ਗੁਟਕਾ ਰੱਖ ਕੇ ਵਾਅਦਾ ਕੀਤਾ ਵੀ ਕਰਜ਼ਾ ਮਾਫ ਕਰਾਂਗੇ, ਉਹਨੇ ਕਰਜ਼ਾ ਨਹੀਂ ਮਾਫ ਕੀਤਾ। ਜਿਨ੍ਹਾਂ ਨੇ ਸਰਕਾਰ ਨੇ ਆਪਣੀ ਮੈਨੀਫੈਸਟੋ 'ਚ ਲਿਖ ਕੇ ਕਿਹਾ ਵੀ ਅਸੀਂ ਤੁਹਾਡਾ ਕਰਜ਼ਾ ਮਾਫ ਕਰਾਂਗੇ, ਸਾਡੇ ਸੈਂਟੀਮੈਂਟ ਦੇਖ ਕੇ, ਸਾਡੀ ਨਬਜ਼ ਦੱਬ ਕੇ, ਉਹ ਸਾਡਾ ਗੁਟਕਾ ਸਾਹਿਬ ਫੜ ਕੇ ਇਹ ਕਿਹਾ ਵੀ ਤੁਹਾਡੇ ਕਰਜ਼ੇ ਮਾਫ ਕਰਾਂਗੇ, ਕਿ ਉਹਨਾਂ ਵਾਸਤੇ ਸੌਫਟ ਕਾਰਨਰ ਹੋਵਾਂਗੇ? ਕੀ ਜਿਹੜੇ ਕਰਜ਼ੇ ਮਾਫ ਨਾ ਹੋਣ ਕਾਰਨ ਜਿਹੜੀ ਸੁਸਾਈਡ ਹੋ ਰਹੀਆਂ ਨੇ ਕਿਸਾਨਾਂ ਦੀਆਂ, ਕੀ ਉਹ ਕਿਸਾਨਾਂ ਦੇ ਟੱਬਰ ਜਾਂ ਅਸੀਂ ਲੋਕ ਜਿਹੜੇ ਕਿਸਾਨ ਉਹਨਾਂ ਦੇ ਨਾਲ ਸਾਥੀ ਆ, ਸਾਡੇ ਸਾਥੀ ਜੋ ਦੁਨੀਆ ਚਲੇ ਜਾਂਦਾ, ਅਸੀਂ ਮਾਫ ਕਰ ਸਕਾਂਗੇ? ਵੀ ਜਿਹੜੇ ਸਰਕਾਰਾਂ ਸਾਡੇ ਕਰਜ਼ੇ ਤੇ ਦੇਖ ਕੇ ਬਣਾਈਆਂ ਨੇ ਤੇ ਅੱਜ 4.5 ਸਾਲ ਬਾਅਦ ਵੀ ਉਹ ਕਰਜ਼ੇ ਦੀ ਇੱਕ ਆਟੇ ਚ ਨੂਣ ਜਿੰਨਾ ਕੰਮ ਕਰਕੇ ਸਾਨੂੰ ਦੱਸ ਰਹੇ ਤੁਹਾਡਾ ਕਰਜ਼ਾ ਮਾਫ ਆ। 96,000 ਕਰੋੜ ਕਰਜ਼ਾ ਸੀ ਜਿਹੜਾ 1,26,000 ਕਰੋੜ ਹੋ ਗਿਆ। ਉਹ ਆ ਕੇ ਅੱਜ ਸਰਕਾਰ ਸਾਡੇ ਨਾਲ ਮੀਟਿੰਗ ਕਰਕੇ ਕਹਿ ਰਹੀ ਆ ਪਹਿਲ ਦੇ ਆਧਾਰ ਤੇ ਜਿਹੜੇ ਅੱਜ ਦੇ ਸੀਐਮ ਨੇ ਵੀ ਹਾਲੇ ਇਸ ਜਿਹੜੇ ਲੱਡੂ ਖਵਾਏ ਨੇ ਸਰ ਬਹੁਤ ਬੀਜੇਪੀ ਨੂੰ ਬਹੁਤ ਕੌੜੇ ਲੱਗ ਰਹੇ ਆ। ਉਹ ਬੀਜੇਪੀ ਨੂੰ ਬਹੁਤ ਕੌੜੇ ਲੱਗ ਰਹੇ ਆ ਜਿਹੜੇ ਲੱਡੂ ਖਵਾਏ ਆ, ਬੇਸ਼ੱਕ ਉਹਨੂੰ 2-3 ਮਹੀਨੇ ਹੋ ਚੁੱਕੇ ਆ। ਜਿਹਨੇ ਲੱਡੂ ਖਿਲਾਇਆ ਉਹ ਉਹਨਾਂ ਦਾ ਜਵਾਬ ਦੇ ਸਕਦੇ ਆ। ਜਦੋਂ ਉਹ ਗੰਨੇ ਦਾ ਰੇਟ 360 ਦਿੱਤਾ ਗਿਆ ਸੀ, ਸਾਰੇ ਇੰਡੀਆ ਤੋਂ ਵੱਧ ਰੇਟ ਦਿੱਤਾ ਗਿਆ ਸੀ। ਉਹ ਬੜੈਚ ਸਾਹਿਬ ਵੀ ਇਹ ਗੱਲ ਕਹਿ ਗਏ, ਤੁਸੀਂ ਵੀ ਇਹ ਗੱਲ ਕਹਿ ਰਹੇ ਹੋ। ਜਾਂ ਤਾਂ ਹੁਣ ਮੈਂ ਸਿੱਧਾ ਬਲਬੀਰ ਸਿੰਘ ਰਾਜੇਵਾਲ ਨੂੰ ਜਾ ਕੇ ਉਹਨਾਂ ਨੂੰ ਹੀ ਸਵਾਲ ਪੁੱਛਾਂ, ਇਹ ਤਾਂ ਫਿਰ ਸਾਰਿਆਂ ਦਾ ਸਟੈਂਡ ਹੋ ਜਾਂਦਾ ਨਾ, ਜੇ ਲੱਡੂ ਖਵਾਏ ਨੇ ਜਾਂ ਫਿਰ ਜੇ ਕਿਸੇ ਨੇ ਪਿੱਠ ਥਾਪੜੀ ਆ ਕਿਸੇ ਦੀ, ਉਹ ਤਾਂ ਫਿਰ ਇੱਕ ਤਰੀਕੇ ਨਾਲ ਸਾਰਿਆਂ ਦੀ ਹੋ ਜਾਂਦੀ। ਗੌਰਵ ਜੀ ਮੈਂ 360 ਰੁਪਏ ਰੇਟ ਵੀ ਲਿੱਤਾ ਫਿਰ ਗੰਨੇ ਦਾ। ਫਿਰ ਠੀਕ ਹੈ ਸਰੀਨ ਸਾਹਿਬ, ਇੰਨਾ ਰੇਟ ਕਾਫੀ 2014 ਕਾਦੀਆਂ ਜੀ, ਕਾਦੀਆਂ ਤੁਸੀਂ ਬਹੁਤ ਸਿਆਣੇ ਹੋ ਔਰ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ। ਸਰੀਨ ਸਾਹਿਬ, ਕਾਦੀਆਂ ਜੀ ਤੁਸੀਂ ਬਹੁਤ ਸਿਆਣੇ ਹੋ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ। ਮੈਨੂੰ ਇੱਕ ਚੀਜ਼ ਦੱਸੋ, ਇਹਨਾਂ 4.5 ਸਾਲਾਂ ਦੇ ਵਿੱਚ ਕਾਂਗਰਸ ਨੇ ਤੁਹਾਨੂੰ ਲਾਰੇ ਲਾ ਕੇ ਤੁਹਾਡੇ ਕੋਲ ਵੋਟਾਂ ਲਿੱਤੀਆਂ, ਝੂਠੇ ਵਾਅਦੇ ਕਰਕੇ ਵੋਟਾਂ ਲਿੱਤੀਆਂ, ਇੱਕ ਅੱਖਰ ਤੁਸੀਂ ਬੋਲੇ ਹੋ ਕਾਂਗਰਸ ਦੇ ਖਿਲਾਫ? ਕਰਜ਼ ਮਾਫੀ ਦਾ ਵਾਰੀ ਬੋਲਿਆ ਜੀ, ਕਰਜ਼ ਮਾਫੀ ਨਹੀਂ ਹੋਈ। ਇੱਕ ਮਿੰਟ ਮੇਰੀ ਬੇਨਤੀ ਸੁਣੋ। ਅੱਛਾ ਉਹ ਇੱਕ ਮਿੰਟ ਬੇਨਤੀ ਸੁਣੋ, ਤੁਸੀਂ ਬੋਲਿਓ, ਮੇਰੀ ਗੱਲ ਪੂਰੀ ਕਰਨ ਦਿਓ ਮੈਨੂੰ। ਤੁਸੀਂ ਇੱਕ ਐਜੀਟੇਸ਼ਨ ਲਾਂਚ ਕੀਤੀ ਕਿ ਸਾਡਾ ਕਰਜ਼ ਮਾਫ ਨਹੀਂ ਕੀਤਾ ਇਸ ਪਾਰਟੀ ਨੇ, ਸਾਡੇ ਤੇ ਦੱਸ ਦਿਓ। ਕਰਜ਼ ਮਾਫੀ ਵਾਸਤੇ ਇੱਕ ਕੀਤੀ, ਫਿਰ ਇਹਨਾਂ ਨੇ ਕਿਹਾ ਜੇ ਲਗਾਤਾਰ ਖੁਦਕੁਸ਼ੀ ਕਰ ਲਗਾਤਾਰ ਹਿਸਟਰੀ ਦੀ ਉਦੋਂ ਤੁਸੀਂ ਕਵਰ ਨਹੀਂ ਕਰਦੇ, ਤੁਸੀਂ ਧਿਆਨ ਨਹੀਂ ਕੀਤਾ। ਨਹੀਂ ਸੁਣ ਲਓ, ਮੈਂ ਹਰ ਚੀਜ਼ ਦੇਖਦਾ ਜੀ, ਮੈਂ ਚੀਫ ਸਪੋਕਸਪਰਸਨ ਆ, ਮੈਂ ਹਰ ਚੀਜ਼ ਹਰ ਖਬਰ ਨੂੰ ਸਾਰੀ ਦਿਹਾੜੀ ਮੇਰੇ 4 ਚੈਨਲ ਚੱਲਦੇ ਰਹਿੰਦੇ ਆ। ਮੇਰੀ ਇੱਕ ਮਿੰਟ ਸੁਣ ਲਓ ਗੱਲ ਨੂੰ ਮੇਰੀ। ਤੁਸੀਂ ਤੁਹਾਡਾ 1600 ਦੇ ਕਰੀਬ ਕਿਸਾਨ ਖੁਦਕੁਸ਼ੀ ਕਰ ਗਿਆ 4.5 ਸਾਲਾਂ ਚ। 10 ਲੱਖ ਰੁਪਇਆ ਔਰ ਇੱਕ ਨੌਕਰੀ ਦੇਣੀ ਸੀ, ਕਿੰਨੇ ਕਿਸਾਨਾਂ ਨੂੰ ਦਿੱਤੀ? ਤੁਹਾਡੀ ਇੱਕ ਆਵਾਜ਼ ਨਹੀਂ ਨਿਕਲੀ ਉਸ ਉੱਤੇ। ਤੁਸੀਂ ਕੀ ਕਰਦੇ ਪਏ? ਤੁਸੀਂ ਇੱਕ ਐਜੀਟੇਸ਼ਨ ਨਹੀਂ ਕੀਤੀ ਕਿਸਾਨਾਂ ਵਾਸਤੇ ਪੰਜਾਬ ਦੇ ਵਿੱਚ। ਇਹ ਬਿਲਕੁਲ ਗੱਲ ਗਲਤ ਹੈ।
ਗੰਨੇ ਦੇ ਉੱਤੇ ਐਜੀਟੇਸ਼ਨ ਹੋਈ ਆ, ਕਰਜ਼ੇ ਦੇ ਉੱਤੇ ਐਜੀਟੇਸ਼ਨ ਹੋਈ ਆ, ਲਗਾਤਾਰ ਐਜੀਟੇਸ਼ਨ ਚੱਲਦੀ ਰਹੀ ਆ। ਚੰਡੀਗੜ੍ਹ ਦੇ ਵਿੱਚ ਐਜੀਟੇਸ਼ਨ ਹੁੰਦੀ ਰਹੀ ਆ, ਪੇਸ਼ਾ ਮੰਗ ਪੱਤਰ ਦਿੱਤੇ ਗਏ ਨੇ, ਉੱਥੇ ਲਗਾਤਾਰ ਐਜੀਟੇਸ਼ਨ ਚੱਲਦੀ ਹੈ। ਤੁਹਾਡੀ ਐਜੀਟੇਸ਼ਨ ਦੇ ਬਿਲ ਬਾਹਰ ਆ ਕੇ ਬੈਠ ਕੇ ਤਾਂ ਗੱਲਾਂ ਤੁਹਾਨੂੰ ਲੱਗ ਰਿਹਾ। ਆਪਾਂ ਮੰਗ ਪੱਤਰ ਦਿੱਤਾ, ਆਪਣਾ ਘਰ ਪੂਰਾ ਹੋ ਗਿਆ। ਕਿਸਾਨ ਮਰਦਾ ਮਰੇ, ਖੁਦਕੁਸ਼ੀ ਕਰਦਾ ਕਰੇ, ਆਪਣਾ ਸਰੀਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੱਕਾ ਮੋਰਚਾ ਲਾ ਦੇਣਾ ਸੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਇਹ ਆਪਣੇ ਬੱਚੇ ਪੱਕੇ ਮੋਰਚੇ ਜੋ ਗਏ ਆ, ਪੱਕੇ ਮੋਰਚੇ ਵੀ ਲੱਗ ਰਹੇ ਨੇ। गौरव जी मेरा जवाब लियो जरा। बिल्कुल बिल्कुल मैं ਤੁਹਾਡੇ ਕੋਲ ਆ ਰਿਹਾ ਖੁੱਲਰ ਜੀ। 10 ਲੱਖ ਰੁਪਇਆ ਦੇਣਾ ਸੀ, ਇੱਕ ਮੋਰਚਾ ਨਹੀਂ ਲਾਇਆ। ਠੀਕ ਹੈ, ਕਾਂਗਰਸ ਦੇ ਨੁਮਾਇੰਦੇ ਆਪਣੇ ਨਾਲ ਨਹੀਂ ਲਾਇਆ। ਤੁਹਾਨੂੰ ਬੜਾ ਇਤਰਾਜ਼ ਹੈ ਸਰੀਨ ਸਾਹਿਬ। ਖੁੱਲਰ ਜੀ ਤੁਹਾਨੂੰ ਇਤਰਾਜ਼ ਇਹ ਆ ਵੀ ਤੁਹਾਡੇ ਉੱਤੇ ਮੋਰਚਾ ਲੱਗਿਆ ਗਿਆ, ਪੱਕਾ ਮੋਰਚਾ ਲੱਗ ਗਿਆ, ਤੇ ਉਹਨਾਂ ਦੇ ਉੱਤੇ ਕਿਉਂ ਨਹੀਂ ਲੱਗਿਆ? ਪ੍ਰਿੰਸ ਖੁੱਲਰ ਜੀ, ਪ੍ਰਿੰਸ ਖੁੱਲਰ ਆਪਾਂ ਜਵਾਬ ਲੈ ਲਈਏ। ਮੈਂ ਇੱਕ ਰਿਐਕਸ਼ਨ ਦੂਜੇ ਟੌਪਿਕ ਤੇ ਵੀ ਲੈਣਾ ਬਹੁਤ ਜ਼ਰੂਰੀ ਹੈ। ਪ੍ਰਿੰਸ ਖੁੱਲਰ ਜੀ, ਪ੍ਰਿੰਸ ਖੁੱਲਰ ਇੱਕ ਸੈਕਿੰਡ ਗੱਲ ਇਹ ਆ ਗੌਰਵ ਜੀ ਕਿ ਅੱਜ ਸਰੀਨ ਸਾਹਿਬ ਗੱਲ ਕਰ ਰਹੇ ਆ, ਬੜੇ ਸਤਿਕਾਰਯੋਗ ਨੇ, ਵੱਡੇ ਭਰਾ ਨੇ। ਦੇਖੋ ਜਦੋਂ 17 ਸਾਡੀ ਸਰਕਾਰ ਬਣੀ ਆ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ, ਅਸੀਂ ਜੋ ਰਿਸੋਰਸਿਸ ਸੀ, ਕੋਵਿਡ ਵੀ 2 ਸਾਲ ਚੱਲਿਆ, ਜੇ ਸੈਂਟਰ ਗਵਰਨਮੈਂਟ ਦੇ ਹਾਲਾਤ ਖਰਾਬ ਸੀ ਤੇ ਸਾਡੇ ਤੇ ਪੱਲੇ ਹੀ ਕੁਝ ਨਹੀਂ ਸੀ ਸਟੇਟ ਦੇ ਇਹਨਾਂ ਦਿੱਤਾ, ਜੇ ਨਾ ਇਹਨਾਂ ਕੋਈ ਪੈਕੇਜ ਦਿੱਤਾ, ਬਾਰਡਰ ਸਟੇਟ ਹੋਣ ਕਰਕੇ ਨਾ ਕੋਈ ਕਿਸਾਨੀ ਲਈ ਦਿੱਤਾ। ਯੂਪੀਏ 'ਚ ਆਪਾਂ 75,000 ਕਰੋੜ ਦੇ ਕੀਤੇ, ਕੈਪਟਨ ਸਾਹਿਬ ਨੇ ਜੋ ਰਿਸੋਰਸਿਸ ਸੀ, ਚੰਨੀ ਜੀ ਨੇ ਉਹਨੇ ਆਪਾਂ ਕਰਜ਼ ਮਾਫੀ ਕੀਤੀ। ਸਾਡਾ ਇੰਟੈਂਟ ਤੇ ਹੈ ਸੀ ਨਾ, ਅਸੀਂ ਕੋਈ ਇਹ ਤੇ ਨਹੀਂ ਕਿ ਅਸੀਂ ਕੋਈ ਗੱਲ ਤੋਂ ਮੁੱਕ ਰਹੇ ਹਾਂ, ਜੋ ਰਿਸੋਰਸਿਸ ਸੀ ਉਹਦੇ ਹਿਸਾਬ ਨਾਲ ਕੀਤੇ, ਜੋ ਕਿਸਾਨਾਂ ਲਈ ਕਰ ਸਕਦੇ ਸੀ। ਚਾਹੇ ਐਜੀਟੇਸ਼ਨ 'ਚ ਸਾਨੂੰ ਕਿੰਨਾ ਸੈਂਟਰ ਨੇ ਤੁਹਾਡੇ ਸਾਹਮਣੇ ਰੇਲਾਂ ਰੁਕਾਤੀਆਂ, RDF ਰੋਕਤਾ, ਫੰਡ ਰੋਕਤਾ, GST ਰੋਕਤਾ ਸਾਡਾ, ਤੇ ਕਿਸ ਤਰ੍ਹਾਂ ਆਪਾਂ ਸਟੇਟ ਨੂੰ ਉਹਦੇ ਚੋਂ ਵੀ ਕੱਢਿਆ। ਸੋ ਇਹ ਗੱਲਾਂ ਤੇ ਸਰੀਨ ਸਾਹਿਬ ਤੁਸੀਂ ਗੱਲ ਇਹ ਕਰੋ ਕਿ ਜੀ ਤੁਸੀਂ ਕਿਸਾਨਾਂ ਦੇ ਹਮਾਇਤੀ ਹੋ। ਬਹੁਤ ਵਧੀਆ ਗੱਲ ਆ ਕਿ ਮੋਦੀ ਸਾਹਿਬ ਨੇ ਜਿਹੜੇ ਰਿਪੀਲ ਕੀਤੇ ਨੇ ਕਾਨੂੰਨ, ਉਹਨਾਂ ਨੇ ਸੰਬੋਧਨ ਕਰਕੇ ਕਿਹਾ ਹੁਣ ਤੁਸੀਂ ਪੰਜਾਬ ਦੇ ਲਈ ਪੈਕੇਜ ਅਨਾਉਂਸ ਕਰੋ, ਕਿਸਾਨਾਂ ਦੇ ਲਈ ਉਹਨਾਂ ਲਈ ਪੈਕੇਜ ਅਨਾਉਂਸ ਕਰਕੇ ਜਿਹੜਾ ਕਰਜ਼ਾ ਕਿਸਾਨਾਂ ਦਾ ਉਹਦੀ ਮਾਫੀ ਦੀ ਆਪਾਂ ਗੱਲ ਕਰੀਏ। ਹੁਣ ਸਰੀਨ ਸਾਹਿਬ ਇਹਨੂੰ ਪੋਜ਼ਿਟਿਵ ਵਾਲੇ ਪਾਸੇ ਨੂੰ ਤੋਰੋ, ਇਹ ਗੱਲਾਂ ਨਾ ਕਰੋ ਕਿ ਤੁਸੀਂ ਉੱਥੇ ਧਰਨਾ ਨਹੀਂ ਲਾਇਆ ਜਾਂ ਰਾਜੇਵਾਲ ਸਾਹਿਬ ਨੇ ਲੱਡੂ ਕਿਉਂ ਖਵਾਤਾ। ਤੁਸੀਂ ਵੀ ਇਹ ਕਰਜ਼ੇ ਮਾਫ ਕਰੋ, ਲੱਡੂ ਤੁਹਾਨੂੰ ਵੀ ਭੇਜ ਦਾਂਗਾ, ਮੈਂ ਭੇਜ ਦਾਂਗਾ ਲੱਡੂ ਜੀ, ਅਸੀਂ ਤੁਹਾਡਾ ਮੂੰਹ ਮਿੱਠਾ ਕਰਾ ਦੇਵਾਂਗੇ, ਟਨਾਂ ਦੇ ਟਨ ਕਰੋ ਨਾ, ਕੁਝ ਗੱਲਾਂ ਨਾ ਕਰੋ, ਕਿਸਾਨੀ ਲਈ ਕਰੋ, ਪੈਕੇਜ ਦਿਓ। ਮੈਂ ਦੇਣਾ ਜਵਾਬ ਹੈ। ਠੀਕ ਹੈ ਸਰੀਨ ਸਾਹਿਬ। ਖੁੱਲਰ ਸਾਹਿਬ ਹੁਣ ਸੁਣ ਲਓ ਮੇਰੀ ਗੱਲ ਨੂੰ। ਭਾਰਤੀ ਜਨਤਾ ਤੁਸੀਂ ਤੇ 93 ਤੁਹਾਡੇ ਮਨਮੋਹਨ ਸਿੰਘ ਜੀ ਨੇ 93,000 ਕਰੋੜ ਰੁਪਇਆ ਮਾਫ ਕੀਤਾ, ਤੁਸੀਂ ਸਾਰੀ ਆਜ਼ਾਦੀ ਤੋਂ ਲੱਗ ਕੇ ਹੁਣ ਤੱਕ ਦਾ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 6,000 ਰੁਪਇਆ ਸਾਲ ਦਾ ਦੇ ਕੇ 1,62,000 ਕਰੋੜ ਹੁਣ ਤੱਕ ਕਿਸਾਨਾਂ ਦੀ ਜੇਬ ਚ ਪਾ ਚੁੱਕੀ ਹੈ। ਨੀਮ ਕੋਟਡ ਯੂਰੀਆ ਬੀਜੇਪੀ ਨੇ ਦਿੱਤਾ, ਸੋਇਲ ਹੈਲਥ ਕਾਰਡ ਦਿੱਤਾ, 22 ਕਰੋੜ ਲੋਕਾਂ ਨੂੰ ਫਸਲ ਬੀਮਾ ਯੋਜਨਾ ਦੇ ਚ 1 ਲੱਖ ਕਰੋੜ ਤੋਂ ਵੱਧ ਦਾ ਜਿਹੜਾ ਹੈ ਉਹਨਾਂ ਨੂੰ ਮੁਆਵਜ਼ਾ ਦੇ ਚੁੱਕੀ ਹੈ ਅਜੇ ਤੱਕ ਸਾਡੀ ਸਰਕਾਰ। ਤੁਸੀਂ ਕਹਿੰਦੇ ਹੋ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ, ਸਾਡੀ ਤੇ ਹੈ ਹੀ ਕਿਸਾਨਾਂ ਪੱਖੀ ਸਰਕਾਰ। ਸਰੀਨ ਸਾਹਿਬ ਖਾਦਾਂ ਤੇ ਟੈਕਸ, ਟਰੈਕਟਰ ਤੇ ਟੈਕਸ, ਦਵਾਈਆਂ ਤੇ ਟੈਕਸ, ਸਾਰੀਆਂ ਗੱਲਾਂ ਤੇ ਟੈਕਸ, ਬਸ ਫਸਲ ਬੀਮਾ ਯੋਜਨਾ ਪ੍ਰਾਈਵੇਟ ਹੱਥਾਂ 'ਚ ਦੇਣੀ। ਆਪਾਂ ਸਰੀਨ ਸਾਹਿਬ ਮੈਂ ਗੱਲ ਕਰ ਰਿਹਾ ਕਿ ਆਪਾਂ ਜਿਹੜੇ ਕਿਸਾਨਾਂ ਲਈ ਕਰੀਏ ਇੱਕ ਕਰਕੇ ਸਮਝ ਆਵੇ ਲੋਕਾਂ ਨੂੰ ਨਾ, ਇੱਕ ਕਰਕੇ ਸੁਣ ਲਓ ਨਾ ਗੱਲ ਖੁੱਲਰ ਸਾਹਿਬ, ਵਿੱਚ ਨਾ ਬੋਲੋ, ਮੈਂ ਸੁਣ ਲਓ। ਬਹੁਤਾ ਤਫਸੀਲ 'ਚ ਨਾ ਜਾਓ, ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਤੁਹਾਡੇ ਕੋਲ ਸਰੀਨ ਸਾਹਿਬ ਬੋਲਣ ਨੂੰ। ਗੱਲ ਇਹ ਜੀ ਮੈਨੂੰ ਪ੍ਰਸ਼ਨ ਹੋ ਰਿਹਾ ਤਾਂ ਮੈਂ ਜਵਾਬ ਤਾਂ ਦਿਆਂਗਾ ਨਾ। ਬਿਲਕੁਲ ਜਵਾਬ ਤੇ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਕਹਿੰਦੇ ਖਜ਼ਾਨਾ ਖਾਲੀ, ਜਦੋਂ ਵਾਅਦਾ ਕੀਤਾ ਸੀ ਫਿਰ ਮੈਂ ਕਹਿੰਦਾ ਇਸ ਤੋਂ ਨਕੰਮੀ ਪਾਰਟੀ ਕੋਈ ਨਹੀਂ ਜਿਹਨੂੰ ਇਹ ਨਹੀਂ ਪਤਾ ਕਿ ਸਟੇਟ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਔਰ ਵਾਅਦੇ ਕਰਦੀ ਪਈ ਹੈ। ਠੀਕ ਹੈ, ਗੁੱਸਾ ਵੀ ਆ ਰਿਹਾ ਹੁਣ ਤੁਹਾਨੂੰ। ਮੈਨੂੰ ਇੱਕ ਚੀਜ਼ ਦੱਸੋ, ਇੱਕ ਮਿੰਟ ਗੌਰਵ ਜੀ, ਇੱਕ ਮਿੰਟ ਦੇ ਦਿਓ ਮੈਨੂੰ ਇੱਕ ਚੀਜ਼ ਦੱਸੋ, ਜਿੱਥੇ ਰੈਵਨਿਊ ਆਣਾ ਸੀ ਸਰਕਾਰ ਦਾ, ਡਿਸਟਿਲਰੀ ਦਾ, ਤੁਹਾਡੇ MLA ਮੰਤਰੀ ਸਾਰੇ ਇਲੀਗਲ ਡਿਸਟਿਲਰੀਆਂ ਲਾ ਕੇ ਬਹਿ ਗਏ, ਆਪਣੀ ਜੇਬਾਂ ਭਰ ਲਈਆਂ। ਠੀਕ ਹੈ, ਜਵਾਬ ਲੈ ਲਈਏ, ਬਹੁਤ ਫਿਰ ਡੀਰੇਲ ਹੋ ਜਾਂਦਾ ਨਾ ਸਰ, ਮਸਲਾ ਹੋਰ ਦਾ ਹੋਰ ਪਾਸੇ ਚਲਾ ਜਾਏਗਾ, ਹੋਰ ਪਾਸੇ ਚਲਾ ਜਾਏਗਾ। ਪ੍ਰਿੰਸ ਖੁੱਲਰ ਜੀ ਜਵਾਬ ਦੇ ਦਿਓ ਇੱਕ ਛੋਟਾ ਜਿਹਾ। ਇੱਕ ਸੈਕਿੰਡ ਪ੍ਰਿੰਸ ਖੁੱਲਰ ਜੀ। ਸਰੀਨ ਸਾਹਿਬ ਦੇਖੋ, ਅਸੀਂ ਜਿਹੜੇ ਰੈਵਨਿਊ ਸਾਰੇ ਵਧਾਏ, ਅਕਾਲੀ ਦਲ BJP ਦੀ 10 ਸਾਲ ਦੇ ਰੈਵਨਿਊ ਔਰ ਸਾਡੇ ਜਿਹੜੇ 17 ਤੋਂ ਜਦੋਂ ਕੈਪਟਨ ਸਾਹਿਬ ਨੇ ਔਰ ਹੁਣ ਤੱਕ ਦੇ ਸਾਡੇ ਰੈਵਨਿਊਜ਼ ਦੇਖ ਲਓ ਕਿੰਨਾ ਫਰਕ ਆ। ਅਸੀਂ ਸਾਰੇ ਰਿਸੋਰਸਿਸ ਪੈਦਾ ਕੀਤੇ। ਜਿਹੜੀ ਮੈਨੀਫੈਸਟੋ ਕਮੇਟੀ ਸੀਗੀ, ਮਨਪ੍ਰੀਤ ਬਾਦਲ ਜੀ ਸੈਂਟਰ ਦੇ ਹੋਰ ਸੀਗੇ, ਉਹਨਾਂ ਨੇ ਸਾਰਾ ਹਿਸਾਬ ਲਾਇਆ ਸੀ। ਤੁਹਾਨੂੰ ਪਤਾ ਸੀ ਸਰੀਨ ਸਾਹਿਬ ਵੀ ਕੋਵਿਡ ਆ ਜਾਊਗਾ, ਤੁਹਾਡੀਆਂ ਔਨ ਰਿਕਾਰਡ ਸਟੇਟਮੈਂਟ ਨੇ ਸੈਂਟਰ ਗਵਰਨਮੈਂਟ ਦੀਆਂ ਕਿ ਸਾਨੂੰ ਆਰਥਿਕ ਤੌਰ ਤੇ ਬੜਾ ਨੁਕਸਾਨ ਹੋ ਰਿਹਾ ਕੋਵਿਡ ਕਰਕੇ, ਸਾਰਿਆਂ ਨੂੰ ਹੋਇਆ। ਤੁਸੀਂ ਸਟੇਟ ਨੂੰ ਦੱਸੋ, ਤੁਸੀਂ ਬਿਹਾਰ 'ਚ 50 ਲੱਖ ਕਰੋੜ ਦਾ 100 ਲੱਖ ਕਰੋੜ ਦੇ ਪੈਕੇਜ ਅਨਾਉਂਸ ਕੀਤੇ ਆ, ਕੋਈ ਪੰਜਾਬ ਵਾਸਤੇ ਵੀ ਦੇ ਦਿੰਦੇ 5 ਲੱਖ ਕਰੋੜ ਦਾ, ਕੋਈ ਪੰਜਾਬ ਨੂੰ ਵੀ ਦਿੰਦੇ ਕਿ 5 ਲੱਖ ਕਰੋੜ ਦਾ। ਆਪਾਂ ਗੱਲ ਕਰ ਰਹੇ ਹਾਂ ਅੱਜ ਸਰੀਨ ਸਾਹਿਬ, ਆਪਾਂ ਗੱਲ ਮੈਂ ਕਹਿ ਰਿਹਾ ਕਿ ਆਪਾਂ ਪੁਰਾਣੀਆਂ ਗੱਲਾਂ 'ਚ ਤੁਸੀਂ ਬਹੁਤ ਵਧੀਆ ਕੰਮ ਕੀਤਾ ਮੋਦੀ ਸਾਹਿਬ ਨੇ, ਹੁਣ ਆਪਾਂ ਇਹਨੂੰ ਹੋਰ ਪੋਜ਼ਿਟਿਵ ਕਰੀਏ, ਜੋ ਕਿਸਾਨਾਂ ਦੇ ਹਾਲਾਤ ਨੇ ਉਹਨਾਂ ਤੇ ਗੌਰ ਕਰੀਏ, ਆਪਾਂ ਉਹਨਾਂ ਲਈ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਅਨਾਉਂਸ ਕਰੋ, ਬਾਰਡਰ ਸਟੇਟ ਹੋਣ ਦਾ ਸਪੈਸ਼ਲ ਕੋਈ ਥੋੜਾ ਜਿਹਾ ਹੋਲਡ ਕਰਿਓ। ਠੀਕ ਹੈ, ਕਾਦੀਆਂ ਸਾਹਿਬ, ਜਦੋਂ ਪ੍ਰਧਾਨ ਮੰਤਰੀ ਨੇ ਭਰੋਸਾ ਦੇ ਦਿੱਤਾ ਤਾਂ ਇਹ ਪੰਜਾਬ ਦੇ ਲੋਕ ਜਿਹੜੇ ਕਿਸਾਨਾਂ ਨੂੰ ਫੋਲੋ ਕਰਦੇ ਨੇ ਜਾਂ ਫਿਰ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਫੋਲੋ ਕਰਦੇ ਨੇ,
ਉਹ ਸਵਾਲ ਪੁੱਛ ਰਹੇ ਨੇ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਵੀ ਜਿਹੜੇ ਪ੍ਰੋਗਰਾਮ ਉਲੀਕੇ ਗਏ ਸੀ ਉਹਨਾਂ ਨੂੰ ਮੁਲਤਵੀ ਕਿਉਂ ਨਹੀਂ ਕੀਤਾ ਜਾ ਰਿਹਾ? ਦੇਖੋ ਜਿਹੜੇ ਪ੍ਰੋਗਰਾਮ ਹੈਗੇ ਆ, ਜੋ ਪ੍ਰਧਾਨ ਮੰਤਰੀ ਜੀ ਨੇ ਆਪਣਾ ਬਿਆਨ ਟੀਵੀ ਦਾ ਦੇਤਾ, ਇਹਦਾ ਕੋਈ ਲੀਗਲ ਫੈਕਟਰ ਨਹੀਂ ਸਾਹਮਣੇ ਆਇਆ। ਜਦ ਤੱਕ ਕੋਈ ਲੀਗਲ ਫੈਕਟਰ ਸਾਹਮਣੇ ਆਊਗਾ ਤਾਂ ਪ੍ਰੋਗਰਾਮ ਵੀ ਵਾਪਸ ਕੀਤੇ ਜਾਣਗੇ। ਜੋ ਵਰਡਸ ਪ੍ਰਧਾਨ ਮੰਤਰੀ ਜੀ ਨੇ ਬੋਲਿਆ ਅਸੀਂ ਸਹਿਮਤ ਕਰਦੇ ਆ। ਅਸੀਂ ਤਾਂ ਇਹ ਕਹਿੰਦੇ ਦੇਰ ਆਏ ਦਰੁਸਤ ਆਏ। ਅਸੀਂ ਇਹ ਤਾਂ ਨਹੀਂ ਕਿਹਾ ਵੀ ਗਲਤ ਕਹਿਤਾ ਉਹਨਾਂ ਨੇ, ਕੋਈ ਗੱਲ ਗਲਤ ਕਹਿਤੀ। ਜਿਹੜੀ ਗੱਲ ਨੂੰ ਜਦ ਤੱਕ ਲੀਗਲਾਈਜ਼ ਨਹੀਂ ਹੋਊ, ਕਿਉਂਕਿ ਪਿਛਲੇ ਸਮੇਂ ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ 'ਚ ਬਹੁਤ ਸਮਝੌਤੇ ਹੋਏ ਆ, ਪੋਲੀਟੀਕਲ ਲੈਵਲ ਤੱਕ ਵੀ ਹੋਇਆ, ਐਜੀਟੇਸ਼ਨ ਤੱਕ ਵੀ ਹੋਇਆ, ਉਹ ਪੂਰੇ ਲਾਗੂ ਨਹੀਂ ਹੋ ਪਾਏ। ਇਹ ਇੱਕ ਖਦਸ਼ਾ ਸਾਡੇ ਦਿਮਾਗ 'ਚ ਹੈਗਾ, ਕਿਸਾਨਾਂ 'ਚ ਵੀ ਹੈਗਾ, ਲੋਕਾਂ 'ਚ ਵੀ ਹੈਗਾ। ਨਹੀਂ ਹੈ ਸਰ, ਉਹ ਦੇਸ਼ ਦੇ ਨਾ ਪ੍ਰਧਾਨ ਮੰਤਰੀ ਹੈ। ਮੈਂ ਬਿਲਕੁਲ ਮੰਨਦਾ, ਇੱਕ ਆਰਡੀਨਰੀ ਇਲੈਕਸ਼ਨ ਨਹੀਂ, ਬਹੁਤ ਵੱਡੀਆਂ ਸ਼ਖਸੀਅਤਾਂ ਨੇ ਆਪਸ ਵਿੱਚ ਬੈਠ ਕੇ ਸਮਝੌਤੇ ਕੀਤੇ ਸੀ ਜਿਹੜੇ ਬਾਅਦ 'ਚ ਲਾਗੂ ਨਹੀਂ ਹੋਏ। ਉਹ ਦਰਦ ਵੀ ਹੈਗਾ। ਜੇ ਉਹਨਾਂ ਨੇ ਕਿਹਾ, ਉਹਨਾਂ ਨੇ ਆਪ ਕਿਹਾ ਵੀ 29 ਤਰੀਕ ਨੂੰ ਅਸੀਂ ਜਦੋਂ ਸੈਸ਼ਨ ਸ਼ੁਰੂ ਹੋਊਗਾ ਪਹਿਲ ਦੇ ਆਧਾਰ ਤੇ ਰੱਖ ਲਾਂਗੇ, ਤਾਂ 29 ਦੀ ਕਿੰਨੀ ਦੂਰ ਆ। ਜਦੋਂ ਪਹਿਲਾਂ ਵਾਲੇ ਪ੍ਰੋਗਰਾਮ ਦਾ ਜ਼ਿਕਰ ਕਰ ਰਹੇ ਕਿ 22 ਤਰੀਕ ਨੂੰ ਪ੍ਰੋਗਰਾਮ ਹੈ, 24, 26, 29 ਉਹ ਵਾਲੇ ਪ੍ਰੋਗਰਾਮ ਦਾ ਜ਼ਿਕਰ ਕਰ। 22 ਨੂੰ ਪ੍ਰੋਗਰਾਮ ਲਖਨਊ ਰੱਖਿਆ ਹੋਇਆ, ਰੈਲੀ ਉਹ ਹੋਊਗੀ। 26 ਤਰੀਕ ਨੂੰ ਸਾਨੂੰ ਸਾਲ ਪੂਰਾ ਹੋਣਾ, ਅਸੀਂ ਆਪਣਾ ਸਾਰੇ ਕਿਸਾਨ ਵੀਰ 1 ਸਾਲ ਪੂਰਾ ਹੋਣ ਤੇ ਉੱਤੇ ਇਕੱਠੇ ਹੋਵਾਂਗੇ ਤੇ ਸਰਕਾਰ ਨੂੰ ਵੀ ਪ੍ਰੈਸ਼ਰ ਕਰਾਂਗੇ ਵੀ ਜਲਦੀ ਤੋਂ ਜਲਦੀ ਇਹ ਜਿਹੜੇ ਫੈਸਲੇ ਸੁਣਾਏ ਆ ਉਹ ਆਪਣੇ ਲੀਗਲਾਈਜ਼ ਕੀਤੇ ਜਾਣ। ਠੀਕ ਹੈ ਪ੍ਰਿੰਸ ਜੀ, ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ ਪ੍ਰਿੰਸ ਵੜੈਚ ਜੀ। ਤੇ ਦੂਜਾ ਪੁਆਇੰਟ ਇਹ ਹੈ ਕਿ ਜਿਹੜੇ ਪ੍ਰੋਗਰਾਮ ਉਲੀਕੇ ਗਏ ਸੀ ਉਹਨਾਂ ਨੂੰ ਮੁਲਤਵੀ ਨਹੀਂ ਕੀਤਾ ਗਿਆ। ਗੁਰਨਾਮ ਸਿੰਘ ਚੜੂਨੀ ਦੇ ਧੜੇ ਦਾ ਵੀ ਪੂਰਾ ਸਮਰਥਨ ਹੈ ਇਸ ਫੈਸਲੇ ਨੂੰ। ਬਿਲਕੁਲ ਸਮਰਥਨ ਹੈ। ਦੇਖੋ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਤੋਂ ਬਾਅਦ ਵੀ ਕਿਸਾਨ ਉਹਨੇ ਮੋਰਚਾ ਖਤਮ ਕਿਉਂ ਨਹੀਂ ਕੀਤਾ, ਵਿਸ਼ਵਾਸ ਕਿਉਂ ਨਹੀਂ ਕੀਤਾ? ਨਹੀਂ, ਮੈਂ ਕਿਸਾਨ ਮੋਰਚੇ ਦਾ ਜ਼ਿਕਰ ਨਹੀਂ ਕਰ ਰਿਹਾ ਸਰ, ਮੈਂ ਪ੍ਰੋਗਰਾਮਸ ਦਾ ਜ਼ਿਕਰ ਕਰ ਰਿਹਾ ਕਿ ਮੁਲਤਵੀ ਕਿਉਂ ਨਹੀਂ ਹੋਏ। ਪ੍ਰੋਗਰਾਮ ਮੁਲਤਵੀ ਕਰਨ ਦਾ ਮਤਲਬ ਇਹੀ ਹੁੰਦਾ ਕਿ ਮੋਰਚੇ ਨੂੰ ਢਿੱਲਾ ਛੱਡ ਦਿੱਤਾ ਜਾਏ। ਅਸੀਂ ਬਿਲਕੁਲ ਢਿੱਲਾ ਨਹੀਂ ਛੱਡਿਆ। ਇਹਦੇ 2 ਕਾਰਨ ਹੈ। ਇੱਕ ਤਾਂ ਜਿਹੜਾ ਫੈਸਲਾ ਸੁਣਾਇਆ ਉਹਦੇ ਲਈ ਲਿਖਤ 'ਚ ਕੋਈ ਆਦੇਸ਼ ਜਾਂ ਸੰਦੇਸ਼ ਐਸਕੇਐਮ ਦੀ ਕਮੇਟੀ ਕੋਲ ਨਹੀਂ ਆਇਆ। ਦੂਸਰਾ, ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਲੋਕਤੰਤਰਿਕ ਦੇਸ਼ ਹੈ, ਜੋ ਕਾਨੂੰਨ ਨੇ ਉਹ ਸੰਸਦ 'ਚ ਬਣੇ ਸੀ। ਜਦੋਂ ਸੰਸਦ 'ਚ ਰੱਦ ਹੋਣਗੇ ਅਸੀਂ ਉਦੋਂ ਆਪਣੇ ਘਰ ਵਾਪਸੀ ਦੀ ਸੋਚਾਂਗੇ, ਕਿਉਂਕਿ ਅਸੀਂ ਲੋਕਤੰਤਰਿਕ ਲੋਕ ਹਾਂ, ਸੰਸਦ 'ਚ ਭਰੋਸਾ ਰੱਖਦੇ ਆ। ਦੂਸਰਾ, ਇਹ ਇੱਕ ਵੱਡੀ ਮੰਗ ਜ਼ਰੂਰ ਸੀ, ਪਰ ਇਹਦੇ ਨਾਲ ਜਿਹੜੀਆਂ ਹੋਰ ਮੁੱਖ ਮੰਗਾਂ ਸੀ, ਐਮਐਸਪੀ ਤੇ ਲਿਖਿਤ ਗਰੰਟੀ ਦਾ ਕਾਨੂੰਨ, ਜਿਹੜੇ ਸਾਡੇ ਤੇ ਮੁਕੱਦਮੇ ਕਿਸਾਨ ਸਾਥੀਆਂ ਦੇ ਦਰਜ ਹੋਏ ਉਹਨਾਂ ਨੂੰ ਵਾਪਸ ਕਰਵਾਉਣਾ, ਬਿਜਲੀ ਬਿੱਲ ਅਮੈਂਡਮੈਂਟ ਦਾ ਜਿਹੜਾ ਕਾਨੂੰਨ ਹੈ ਉਹਨੂੰ ਵਾਪਸ ਕਰਵਾਉਣਾ, ਇੱਕ ਪ੍ਰਾਇਵਰਨ ਸੰਬੰਧੀ ਅਧਿਆਦੇਸ਼ ਹੈ ਜਿਹਦੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੈ ਕਿਸਾਨ ਨੂੰ ਪਰਾਲੀ ਜਲਾਉਣ ਦੇ ਉੱਤੇ, ਉਹਨਾਂ ਨੂੰ ਵਾਪਸ ਕਰਵਾਉਣਾ ਤੇ ਕਈ ਮੰਗਾਂ ਹੋਰ ਨੇ। ਜਦੋਂ ਐਸਕੇਐਮ ਨੂੰ ਇੱਜ਼ਤ ਨਾਲ ਬੁਲਾ ਕੇ ਸਰਕਾਰ ਇਹਨਾਂ ਮੰਗਾਂ ਤੇ ਸਾਰਥਕ ਸਕਾਰਾਤਮਕ ਚਰਚਾ ਕਰੇਗੀ, ਕੋਈ ਹੱਲ ਨਿਕਲੇਗਾ, ਉਸ ਤੋਂ ਬਾਅਦ ਐਸਕੇਐਮ ਆਪਣਾ ਅਗਲਾ ਫੈਸਲਾ ਲਏਗਾ। ਠੀਕ ਹੈ, ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ ਇਸ ਇਸ਼ੂ ਦੇ ਉੱਤੇ। ਸਰੀਨ ਸਾਹਿਬ। ਕਾਦੀਆ ਸਾਹਿਬ, ਬੜੈਚ ਸਾਹਿਬ, ਤੁਸੀਂ ਬਹੁਤ ਸੀਨੀਅਰ ਨੇਤਾ ਹੋ ਔਰ ਮੈਂ ਤੇ ਤੁਹਾਨੂੰ ਇੱਕ ਸਧਾਰਨ ਜਿਹਾ ਵਿਅਕਤੀ ਹੋਣ ਦੇ ਨਾਤੇ ਇੱਕ ਬੇਨਤੀ ਕਰ ਸਕਦਾ ਕਿ ਜਦੋਂ ਪ੍ਰਧਾਨ ਮੰਤਰੀ ਜੀ ਨੇ ਐਡਾ ਵੱਡਾ ਦਿਲ ਦਿਖਾਇਆ ਕਿ ਆਪਾਂ ਕਾਨੂੰਨ ਵਾਪਸ ਲੈ ਰਹੇ ਹਾਂ ਔਰ ਅਸੀਂ ਜੇ ਨਹੀਂ ਤੁਹਾਨੂੰ ਸਮਝਾ ਪਾਏ ਤੇ ਸਾਡੇ 'ਚ ਕਮੀ ਹੈ, ਤੁਹਾਨੂੰ ਤਾਂ ਕੁਝ ਨਹੀਂ ਕਿਹਾ, ਔਰ ਸਾਨੂੰ ਜਿਹੜੇ ਹੈਗੇ ਕਮ ਸੇ ਕਮ ਇਹ ਪ੍ਰੋਗਰਾਮ ਜਿਹੜੇ ਹੈਗੇ ਹੁਣ ਮੁਲਤਵੀ ਕਰ ਦੇਣੇ ਚਾਹੀਦੇ ਹੈ। ਔਰ ਉਹਨਾਂ ਨੇ ਇਹ ਵੀ ਕਹਿਤਾ ਕਿ ਸੈਸ਼ਨ 29 ਨੂੰ ਸ਼ੁਰੂ ਹੋਣਾ ਹੈ। ਹੁਣ ਸੈਸ਼ਨ ਤਾਂ ਪਾਰਲੀਮੈਂਟ 'ਚ ਜਾ ਕੇ ਰੱਦ ਹੋਣਾ ਜੀ, ਉਸ ਤੋਂ ਪਹਿਲਾਂ ਤਾਂ ਰੱਦ ਹੋ ਨਹੀਂ ਸਕਦਾ। ਉਹਨਾਂ ਨੇ ਕਹਿਤਾ ਕਿ 29 ਨੂੰ ਸ਼ੁਰੂ ਹੋਣਾ ਸੀ, ਨਾਲ ਪਹਿਲ ਦੇ ਆਧਾਰ ਤੇ ਰੱਦ ਕਰਾਂਗੇ। ਜਦੋਂ ਐਡਾ ਵੱਡਾ ਜੈਸਚਰ ਦੇਸ਼ ਦਾ ਪ੍ਰਧਾਨ ਮੰਤਰੀ ਦਿਖਾ ਰਿਹਾ ਹੋਵੇ ਤੇ ਮੇਰੀ ਬੇਨਤੀ ਹੈ, ਮੇਰੀ ਪ੍ਰਾਰਥਨਾ ਤੁਹਾਨੂੰ ਕਿ ਆਪਾਂ ਨੂੰ ਵੀ ਘਰਾਂ ਨੂੰ ਪਰਤਾਉਣਾ ਚਾਹੀਦਾ ਹੈਗਾ। ਔਰ ਆ ਜਿਹੜੇ ਪ੍ਰੋਗਰਾਮ ਆਪਾਂ ਐਜੂਕੇਸ਼ਨ ਦੇ ਲੀਕ ਰਹੇ ਆ ਜੀ, ਇਹ ਨਹੀਂ ਲੀਕਣੇ ਚਾਹੀਦੇ। ਮੇਰੀ ਇੰਨੀ ਪ੍ਰਾਰਥਨਾ, ਅੱਗੇ ਤੁਸੀਂ ਆਪਣੇ ਮਾਲਕ ਤੋਂ ਜੋ ਮਰਜ਼ੀ ਕਰ ਸਕਦੇ ਹੋ, ਮੇਰੀ ਤੇ ਪ੍ਰਾਰਥਨਾ ਹੈਗੀ ਤੁਹਾਨੂੰ। 1 ਸਾਲ ਤੋਂ ਕਰ ਰਹੇ ਸੀ ਝੋਲੀਆਂ ਅੱਡੀਆਂ ਤੁਹਾਡੇ ਅੱਗੇ, ਆਪਣੇ ਭਰਾ ਸ਼ਹੀਦ ਕਰਵਾ ਲਏ, ਮਾਵਾਂ ਨੇ ਪੁੱਤ ਸ਼ਹੀਦ ਕਰਵਾ ਲਏ ਕਿ ਸਾਨੂੰ ਰਹਿਮ ਕਰੋ, ਸਾਡੇ ਉੱਤੇ ਕਾਨੂੰਨਾਂ ਨੂੰ ਰੱਦ ਕਰ ਦਿਓ। ਇਹ ਕੋਈ ਦਿਲ ਵੱਡਾ ਨਹੀਂ ਕਰਾਇਆ। ਜਦੋਂ ਚੁਣਾਵੀ ਤੁਹਾਡੀ ਗਰਾਊਂਡ ਖਿਸਕ ਗਈ, ਫਿਰ ਤੁਹਾਡੀ ਅਕਲ ਟਿਕਾਣੇ ਆਈ ਭਾਜਪਾ ਵਾਲਿਆਂ ਦੀ, ਫਿਰ ਇਹ ਕਾਨੂੰਨ ਗਲਤ ਕਰ ਰਹੇ ਹੋ ਤੁਸੀਂ। ਕਾਦੀਆ ਸਾਹਿਬ ਗਲਤ ਕਰ ਰਹੇ ਹੋ। ਹਰਿਆਣਾ 'ਚ ਦੇਖ ਲਿਆ ਤੁਸੀਂ, ਪਰ ਇਲੈਕਸ਼ਨ 'ਚ ਅਸੀਂ 14,000 ਵੋਟਾਂ ਵੱਧ ਲਿੱਤੀਆਂ। ਜਿਹੜੇ ਪਿੰਡਾਂ 'ਚ ਜਾ ਕੇ ਤੁਸੀਂ ਬੈਨਰ ਲਾਏ ਸੀ ਨਾ ਬੀਜੇਪੀ ਨੂੰ ਵੋਟ ਪਾਓ, ਤੁਸੀਂ ਜਿੱਤੇ ਹੋ। ਹਰਿਆਣੇ ਦਾ ਇਲੈਕਸ਼ਨ ਤੁਹਾਡੇ ਸਾਹਮਣੇ ਸ਼ੀਸ਼ਾ ਹੈ। ਹਰਿਆਣੇ ਦਾ ਇਲੈਕਸ਼ਨ ਤੁਹਾਡੇ ਸ਼ੀਸ਼ਾ ਹੈ। ਚਲੋ ਮੈਨੂੰ ਇੱਕ ਛੋਟਾ ਜਿਹਾ ਸਟੇਟਮੈਂਟ ਲੈਣਾ, ਮੈਂ ਵਾਈਂਡ ਅਪ ਕਰੂੰਗਾ। ਠੀਕ ਹੈ, ਥੋੜਾ ਜਿਹਾ ਹੋਲਡ ਕਰਿਓ। ਪ੍ਰਿੰਸ ਖੁੱਲਰ ਜੀ, ਤੁਹਾਨੂੰ ਲੱਗਦਾ ਕਿਸਾਨਾਂ ਨੂੰ ਸੋਚਣਾ ਚਾਹੀਦਾ ਆਪਣੇ ਪ੍ਰੋਗਰਾਮਸ ਦੇ ਬਾਰੇ ਵਿੱਚ, ਕਿਉਂਕਿ ਇੱਕ ਕਦਮ ਸਰਕਾਰ ਨੇ ਵਧਾ ਦਿੱਤਾ, ਪ੍ਰਧਾਨ ਮੰਤਰੀ ਦਾ ਐਲਾਨ ਬਹੁਤ ਵੱਡਾ ਹੁੰਦਾ, ਇੱਕ ਕਦਮ ਉਹਨਾਂ ਨੇ ਵਧਾ ਦਿੱਤਾ, ਇੱਕ ਵਧਾਣ ਇਹ ਕਿ ਅਸੀਂ ਪ੍ਰੋਗਰਾਮ ਆਪਣੇ ਮੁਲਤਵੀ ਕਰ ਰਹੇ ਹਾਂ, ਮੋਰਚਾ ਜਾਰੀ ਹੈ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਸੋਚਣਾ ਚਾਹੀਦਾ? ਬੀਜੇਪੀ ਕਹਿ ਰਹੀ ਹੈ ਸੋਚਣ ਕਿਸਾਨ। ਦੇਖੋ ਬਿਲਕੁਲ ਗੌਰਵ ਜੀ, ਇਸ ਬਾਰੇ ਸੋਚਣਾ ਚਾਹੀਦਾ। ਦੇਖੋ ਪ੍ਰਧਾਨ ਮੰਤਰੀ ਜੀ ਦਾ ਇੱਕ ਬਹੁਤ ਵੱਡਾ ਸ਼ਖਸੀਅਤ ਆ
ਜੇ ਉਹਨਾਂ ਨੇ ਵੱਡਾ ਦਿਲ ਦਿਖਾਇਆ, ਮਾਫੀ ਵੀ ਮੰਗੀ ਆ, ਉਹ ਕੀਤੀ ਆ। ਮੈਨੂੰ ਲੱਗਦਾ ਵਾ ਕਿ ਕਿਸਾਨ ਜਥੇਬੰਦੀਆਂ ਨੇ, ਬਾਕੀ ਫੈਸਲਾ ਉਹਨਾਂ ਦਾ ਵਾ, ਮੈਨੂੰ ਇਹ ਲੱਗਦਾ ਵਾ ਕਿ ਜਿਹੜੀ ਐਜੀਟੇਸ਼ਨ ਦੇ ਪ੍ਰੋਗਰਾਮ ਇਹਨਾਂ ਉਲੀਕੇ ਨੇ ਉਹ ਨਹੀਂ ਕਰਨੇ ਚਾਹੀਦੇ ਔਰ ਆਪਣਾ ਜਿਹੜੇ ਹੈਗੇ ਆ ਉਹਨੂੰ ਖਤਮ ਕਰਨਾ ਚਾਹੀਦਾ, ਕਿਉਂਕਿ ਜਿਹੜੀ ਇੱਕ ਏਡੀ ਵੱਡੀ ਸਟੇਟਮੈਂਟ ਸਾਰੇ ਦੇਸ਼ ਨੇ ਕਿ ਪੂਰੇ ਮੁਲਕ 'ਚ ਕੀ ਇੰਟਰਨੈਸ਼ਨਲ ਸਾਰਿਆਂ ਨੇ ਦੇਖਿਆ ਵਾ, ਤੇ ਮੈਨੂੰ ਲੱਗਦਾ ਇਹਦੇ 'ਚ ਹੁਣ ਕੋਈ ਸ਼ੱਕ ਸ਼ੁਬਾ ਨਹੀਂ ਰਹਿਣਾ ਚਾਹੀਦਾ ਸਾਨੂੰ ਲੋਕਾਂ ਨੂੰ। ਹਾਂ, ਜਿਹੜੀਆਂ ਗੱਲਾਂ ਐਮਐਸਪੀ ਦੀ ਆ ਉਹ ਮੈਂ ਦੁਬਾਰਾ ਕਾਂਗਰਸ ਵੀ ਤੁਹਾਨੂੰ ਸਲਾਹ ਦੇ ਰਹੀ ਹੈ ਕਿ ਜਿਵੇਂ ਐਮਐਸਪੀ ਆ ਹੋਰ ਹੋਰ ਗੱਲਾਂ ਤੇ 10 ਸੈਕਿੰਡ ਸਰ। ਠੀਕ ਹੈ ਕਾਦੀਆਂ ਸਾਹਿਬ, ਦੇਖੋ ਪ੍ਰਧਾਨ ਮੰਤਰੀ ਜੀ ਨੇ ਜਿੰਨਾ ਟਾਈਮ ਦਿੱਤਾ ਸੀ ਉਹਨਾਂ ਟਾਈਮ ਉਹਨਾਂ ਨੂੰ ਦਿੱਤਾ ਹੋਇਆ, ਉਹਨਾਂ ਨੇ ਹੀ ਟਾਈਮ ਆਪਣੀ ਸਪੀਚ ਦੇ ਵਿੱਚ ਦਿੱਤਾ, ਤੇ ਜੇ ਪ੍ਰੋਗਰਾਮ ਉਲੀਕਿਆ ਤੇ ਉਹ ਵਕਤ ਦੇ ਵਿੱਚ ਹੀ ਉਲੀਕੇ ਹੋਏ ਨੇ, ਉਹਨੇ ਪ੍ਰੋਗਰਾਮ ਹੀ ਰੱਖਿਆ ਜਿੰਨਾ ਉਹਨਾਂ ਨੇ ਵਕਤ ਦਿੱਤਾ, ਉਹ ਵਕਤ ਉਹਨਾਂ ਨੇ ਮੰਗਿਆ, ਉਹਨਾਂ ਨੂੰ ਉਹ ਵਕਤ ਦਿੱਤਾ ਗਿਆ, ਤੇ ਉਹਨੇ ਵਕਤ ਦੇ ਵਿੱਚ ਜੇ ਉਹ ਆਪਣੀ ਕੰਪਲੀਟ ਕਰ ਦਿੰਦੇ ਆ ਪਾਰਲੀਮੈਂਟ ਦੇ ਵਿੱਚ, ਤਾਂ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਤੁਹਾਨੂੰ ਨਤੀਜਾ ਦੱਸ ਦਾਂਗੇ। ਠੀਕ ਹੈ, ਚਲੋ ਮੈਂ ਵਿਚਾਲੇ ਰੋਕਦੇ ਹਾਂ ਤੁਹਾਨੂੰ। ਬਹੁਤ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਦੋਵੇਂ ਚੀਜ਼ਾਂ ਹੈਗੀਆਂ ਨੇ, ਪੋਲੀਟੀਕਲ ਪਾਰਟੀ ਜ਼ਰੂਰ ਕਹਿ ਰਹੀਆਂ ਨੇ ਕਿ ਕਿਸਾਨ ਜ਼ਰੂਰ ਸੋਚਣ ਜਿਹੜੇ ਖਾਸ ਤੌਰ ਤੇ ਪ੍ਰੋਗਰਾਮ ਉਲੀਕੇ ਗਏ ਨੇ ਉਹਨਾਂ ਨੂੰ ਲੈ ਕੇ, ਪਰ ਦੂਜੇ ਪਾਸੇ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਸਿਆਸੀ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਕੀ ਸੋਚ ਰਹੀਆਂ ਨੇ ਇਸ ਪੂਰੇ ਫੈਸਲੇ ਦਾ ਅਸਰ, ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕੀ ਸੋਚ ਰਹੀਆਂ ਨੇ। ਗੁਰਨਾਮ ਸਿੰਘ ਚੜੂਨੀ ਦਾ ਧੜਾ ਬਿਲਕੁਲ ਕਲੀਅਰ ਹੈ ਕਿ ਅਸੀਂ ਇਲੈਕਸ਼ਨ ਲੜ ਰਹੇ ਹਾਂ, ਹੁਣ ਐਸਕੇਐਮ ਦਾ ਫੈਸਲਾ ਕੀ ਹੋਏਗਾ ਉਸ ਦੇ ਉੱਤੇ ਸਭ ਦੀ ਨਜ਼ਰ ਜ਼ਰੂਰ ਰਹੇਗੀ। ਪਰ ਜੇਕਰ 1% ਵੀ ਮੰਨੀਏ ਕਿ ਐਸਕੇਐਮ ਜਾਂ ਜਥੇਬੰਦੀਆਂ ਕੋਈ ਫੈਸਲਾ ਲੈਂਦੀਆਂ ਨੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਉਤਰਨ ਦਾ, ਅਜੇ ਤੱਕ ਐਸਾ ਕੁਝ ਨਹੀਂ ਹੈ, ਜੇਕਰ ਉਹਨਾਂ ਨੇ ਫੈਸਲਾ ਲਿਆ ਤਾਂ ਇਹ ਪੰਜਾਬ ਦੀ ਸਿਆਸਤ ਦੀ ਸਭ ਤੋਂ ਦਿਲਚਸਪ ਤਸਵੀਰ ਜ਼ਰੂਰ ਹੋ ਸਕਦੀ ਹੈ, ਔਰ ਸਭ ਤੋਂ ਵੱਡੀ ਚੁਣੌਤੀ ਜਿਹੜੀਆਂ ਰਿਵਾਇਤੀ ਪਾਰਟੀਆਂ ਨੇ ਉਹਨਾਂ ਦੇ ਲਈ ਵੀ ਹੋ ਸਕਦੀ ਹੈ। ਪ੍ਰਾਈਮ ਟਾਈਮ ਚ ਅੱਜ ਦੇ ਲਈ